ਸਤਿ ਸ਼੍ਰੀ ਅਕਾਲ। ਤੁਸੀਂ ਇਸ ਵਕਤ ਜੁੜੇ ਹੋਏ ਹੋ ਜਸ ਟੀਵੀ ਦੇ ਨਾਲ ਔਰ ਇਸ ਵਿੰਡੋ ਦੇ ਵਿੱਚ ਔਰ ਜਾਂ ਜਿਹੜਾ ਤੁਹਾਨੂੰ ਲਿਖਿਆ ਹੋਇਆ ਇੱਕ ਟੈਕਸਟ ਨਜ਼ਰ ਆ ਰਿਹਾ ਹੈ ਸਮਾਜ ਸੇਵਾ ਤੇ ਸੰਵਿਧਾਨ। ਇਹ ਸਿਰਫ ਕਹਿਣ ਦੀ ਗੱਲ ਨਹੀਂ ਹੈ। ਸਮਾਜ ਸੇਵਾ ਅਤੇ ਸੰਵਿਧਾਨ ਜਦੋਂ ਅਸੀਂ ਇਸ ਦਾ ਪੂਰਨ ਰੂਪ ਦੇ ਵਿੱਚ ਮੁਲਾਂਕਣ ਕਰਦੇ ਹਾਂ ਜਾਂ ਜਦੋਂ ਅਸੀਂ ਇਸ ਦੀ ਚਰਚਾ ਕਰਦੇ ਹਾਂ ਤਾਂ ਪਹਿਲੂ ਇੰਨੇ ਕੁ ਸਾਰੇ ਹੋ ਨਿਬੜਦੇ ਆ ਕਿ ਇਹ ਚਰਚਾ ਨਾ ਤਾਂ ਕੁਝ ਮਿੰਟਾਂ ਦੇ ਵਿੱਚ ਖਤਮ ਹੋ ਸਕਦੀ ਹੈ, ਨਾ ਕੁਝ ਘੰਟਿਆਂ 'ਚ ਤੇ ਨਾ ਕਈ ਸਾਲਾਂ 'ਚ ਖਤਮ ਹੋ ਸਕਦੀ ਹੈ। ਕਿਉਂਕਿ ਪਿਛਲੇ ਕਿੰਨੇ ਸਾਲਾਂ ਦਾ ਵਰ੍ਹਿਆਂ ਬੱਧੀ ਇੱਕ ਐਸਾ ਨਿਜ਼ਾਮ ਪਿਆ, ਮੈਂ ਨਿਜ਼ਾਮ ਸ਼ਬਦ ਜਾਣ ਕੇ ਵਰਤ ਰਿਹਾ, ਐਸਾ ਨਿਜ਼ਾਮ ਪਿਆ ਜਿਸ ਨੇ ਸਮਾਜ ਸੇਵਾ ਅਤੇ ਸੰਵਿਧਾਨ ਇਸ ਸਾਰੇ ਵਰਤਾਰੇ ਦੇ ਉੱਤੇ ਮਿੱਟੀ ਪਾ ਕੇ ਰੱਖ ਦਿੱਤੀ ਹੈ। ਇਹ ਗੱਲ ਕਹਿੰਦੇ ਹੋਏ ਮੈਨੂੰ ਦੁੱਖ ਹੋ ਰਹੀ ਆ ਕਿ ਆਜ਼ਾਦੀ ਦੇ ਕਿੰਨੇ ਵਰ੍ਹਿਆਂ ਤੋਂ ਬਾਅਦ, ਆਜ਼ਾਦੀ ਦੇ ਕਿੰਨੇ ਵਰ੍ਹੇ ਔਰ ਕਿੰਨੇ ਆਜ਼ਾਦੀ ਦਿਹਾੜੇ ਮਨਾਉਣ ਤੋਂ ਬਾਅਦ ਵੀ ਜੇਕਰ ਲੋਕਾਂ ਨੂੰ ਸੜਕਾਂ ਦੇ ਉੱਤੇ ਹੱਕ ਮੰਗਦੇ ਹੋਏ ਡਾਂਗਾਂ ਖਾਣੀਆਂ ਪੈਂਦੀਆਂ ਨੇ, ਬੜੀ ਦੂਰ ਦੀ ਗੱਲ ਹੈ। ਜੇਕਰ ਬੀਬੀਆਂ ਦੀਆਂ ਚੁੰਨੀਆਂ ਰੁਲਦੀਆਂ ਨੇ, ਜੇਕਰ ਬੀਬੀਆਂ ਦੀਆਂ ਗੁੱਤਾਂ ਖੋਲੀਆਂ ਜਾਂਦੀਆਂ ਨੇ ਆਪਣੇ ਹੱਕ ਮੰਗਦੇ ਹੋਏ ਸੜਕਾਂ ਦੇ ਉੱਤੇ, ਇਹ ਵੀ ਬੜੀ ਦੂਰ ਦੀ ਗੱਲ ਹੈ। ਜ਼ਰਾ ਗੌਰ ਕਰਕੇ ਦੇਖੋ, ਜ਼ਰਾ ਆਪਣੇ ਦਿਲ ਦੇ ਵਿੱਚ ਤਸੱਵਰ ਕਰਕੇ ਦੇਖੋ, ਜ਼ਰਾ ਆਪਣੇ ਮਨ ਦੇ ਅੰਦਰ ਇੱਕੋ ਤਸਵੀਰ ਸਿਰਜ ਕੇ ਵੇਖੋ ਕਿ ਕੁਦਰਤ ਨੇ ਸਾਨੂੰ ਬਣਾਇਆ ਤਾਂ ਸਾਰਿਆਂ ਨੂੰ ਇੱਕੋ ਜਿਹਾ ਸੀ, ਪਰ ਫਿਰ ਵੀ ਕੁਦਰਤ ਕਿਤੇ ਨਾ ਕਿਤੇ ਕੁਝ ਨਾ ਕੁਝ ਐਸਾ ਕਰਦੀ ਆ ਕਿ ਸਾਰੇ ਇੱਕੋ ਜਿਹੇ ਨਹੀਂ ਰਹਿੰਦੇ। ਮੈਂ ਗੱਲ ਉਹਨਾਂ ਦੀ ਕਰ ਰਿਹਾ ਜਿਨ੍ਹਾਂ ਦੀ ਗੱਲ ਚੱਕੀ ਨਹੀਂ ਜਾਂਦੀ, ਜਿਨ੍ਹਾਂ ਦੀ ਗੱਲ ਕੀਤੀ ਨਹੀਂ ਜਾਂਦੀ, ਕਿਉਂਕਿ ਉਹਨਾਂ ਨੂੰ ਗੱਲ ਕਰਨ ਦੇ ਕਾਬਿਲ ਹੀ ਨਹੀਂ ਸਮਝਿਆ ਜਾਂਦਾ। ਨਿਆਸਰੇ ਕਹਿ ਲਓ, ਬੇਆਸਰੇ ਕਹਿ ਲਓ, ਉਹ ਸ਼ਬਦ ਤਾਂ ਮੈਂ ਨਹੀਂ ਵਰਤਦਾ ਜਿਹੜਾ ਸ਼ਬਦ ਵਰਤਣਾ ਚਾਹੀਦਾ, ਪਰ ਉਹਨਾਂ ਦਾ ਕਸੂਰ ਕੀ? ਜੇ ਉਹ ਸਾਡੇ ਸਮਾਜ ਦੇ ਅੰਗ ਨੇ, ਜੇ ਉਹ ਸਾਡੇ ਸਮਾਜ ਦੇ ਹਿੱਸਾ ਨੇ, ਜੇ ਉਹ ਸਾਡੇ ਹੀ ਮਾਂ ਪਿਓ, ਸਾਡੇ ਹੀ ਭਾਈ ਭੈਣ, ਸਾਡੇ ਹੀ ਚਾਚੇ ਤਾਏ ਹਨਗੇ, ਉਹਨਾਂ ਦੀ ਇੰਨੀ ਦੁਰਗਤੀ ਕਿਉਂ? ਇਹ ਸਵਾਲ ਬਹੁਤ ਵੱਡਾ ਹੈ। ਇਹ ਸਰਕਾਰਾਂ ਦੇ ਮੱਥੇ ਤੇ ਹੈ, ਕਿਉਂਕਿ ਸੰਵਿਧਾਨ ਸ਼ਬਦ ਵਿੱਚ ਆਉਂਦਾ ਹੈ ਔਰ ਸੰਵਿਧਾਨ ਤੋਂ ਪਹਿਲਾਂ ਦਾ ਜਿਹੜਾ ਸ਼ਬਦ ਹੈ ਸਮਾਜ ਸੇਵਾ। ਤੇ ਜਿਹੜੇ ਲੋਕ ਸਮਾਜ ਸੇਵਾ ਕਰ ਰਹੇ ਨੇ, ਜਿਹੜੇ ਯਤਨ ਕਰ ਰਹੇ ਨੇ, ਜਿਨ੍ਹਾਂ ਨੇ ਕੋਸ਼ਿਸ਼ ਕੀਤੀ ਕਿ ਜੇਕਰ ਘੱਟੋ ਘੱਟ ਅਸੀਂ ਪੰਜਾਬ ਦੀ ਧਰਤੀ ਤੇ ਬੈਠੇ ਹਾਂ, ਜੇ 5 ਦਰਿਆਵਾਂ ਦੀ ਧਰਤੀ ਤੇ ਬੈਠੇ ਹਾਂ, ਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਦਿੱਤਾ ਹੋਇਆ ਫਲਸਫਾ ਔਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੱਸੇ ਹੋਏ ਸਿਧਾਂਤਾਂ ਦੇ ਅਨੁਸਾਰ ਜੇਕਰ ਆਪਣੀ ਜੀਵਨ ਜਾਂਚ ਦੇ ਰਾਹੀਂ ਅਸੀਂ ਸੇਵਾ ਦੇ ਸੰਕਲਪ ਨੂੰ ਅਪਣਾ ਲਈਏ ਤੇ ਉਹ ਸੇਵਾ ਦੇ ਸੰਕਲਪ ਦੇ ਵਿੱਚੋਂ ਸਮਾਜ ਸੇਵਾ ਵੀ ਵਿੱਚ ਆ ਜਾਏ, ਉਹਨਾਂ ਨਿਆਸਰਿਆਂ ਦੇ ਆਸਰੇ ਲਈ ਕੁਝ ਕੀਤਾ ਜਾਏ, ਆਪਣੀ ਜੀਵਨ ਨੂੰ, ਆਪਣੀ ਜ਼ਿੰਦਗੀ ਨੂੰ ਉਸ ਪਾਸੇ ਵੱਲ ਨੂੰ ਜੇ ਮੋੜਾ ਦੇ ਦਿੱਤਾ ਜਾਵੇ, ਤਾਂ ਉਹ ਲੋਕ ਜੇ ਕੁਝ ਕਰਦੇ ਨੇ ਤਾਂ ਫਿਰ ਸਰਕਾਰਾਂ ਕੀ ਕੁਝ ਕਰਨ ਦੀ ਕੋਸ਼ਿਸ਼ ਕਰਦੀਆਂ ਨੇ, ਯਤਨ ਕਰਦੀਆਂ ਨੇ, ਅੜਿੱਕੇ ਡਾਉਂਦੀਆਂ ਨੇ। ਮਸਲੇ ਬਹੁਤ ਸਾਰੇ ਨੇ। 2022 ਦੀਆਂ ਵਿਧਾਨ ਸਭਾ ਚੋਣਾਂ ਸਿਰ ਤੇ ਆ ਗਈਆਂ ਜੀ, ਵੱਡੇ ਵੱਡੇ ਐਲਾਨ ਹੋ ਗਏ, ਵੱਡੇ ਵੱਡੇ ਦਗਮਜੇ ਆ ਗਏ, ਵੱਡੇ ਵੱਡੇ ਮਤਲਬ ਛੱਡੋ ਨਾ ਜੀ ਕੀ ਕੁਛ ਹੋ ਰਿਹਾ, ਤੁਹਾਨੂੰ ਸਭ ਨੂੰ ਪਤਾ ਹੈ। ਪਰ ਤੁਹਾਡੇ ਸਾਰਿਆਂ ਲਈ ਔਰ ਸਾਡੇ ਸਾਰਿਆਂ ਲਈ ਇਹ ਜਾਣਨਾ ਬੜਾ ਜ਼ਰੂਰੀ ਹੈ, ਅਤਿਅੰਤ ਮਹੱਤਵਪੂਰਨ ਹੈ ਕਿ ਸਮਾਜ ਦੇ ਉਸ ਖਾਸ ਵਰਗ ਦੇ ਲਈ ਅਸਲ ਦੇ ਵਿੱਚ ਰਾਜਨੀਤਿਕ ਪਾਰਟੀਆਂ, ਰਾਜਨੀਤਿਕ ਚਿਹਰੇ ਮੂਹਰੇ, ਰਾਜਨੀਤਿਕ ਆਗੂ, ਬਿਊਰੋਕ੍ਰੇਸੀ, ਸਾਰਾ ਸਰਕਾਰੀ ਤੰਤਰ ਕਰਦਾ ਕੀ ਹੈ। ਗੱਲ ਚੰਡੀਗੜ੍ਹ ਦੇ ਨੇੜੇ, ਚੰਡੀਗੜ੍ਹ ਤੋਂ 20 ਕਿਲੋਮੀਟਰ ਪਰੇ ਨੂੰ ਜਾਂਦੇ, ਰੋਪੜ ਤੋਂ ਪਹਿਲਾਂ ਕਰਾਲੀ ਦੇ ਕੋਲੇ ਪ੍ਰਭ ਆਸਰਾ ਸੰਸਥਾ ਦੀ ਜਦੋਂ ਕਰਦੇ ਹਾਂ, ਨਿਆਸਰਿਆਂ ਦਾ ਘਰ ਦੀ ਜਦੋਂ ਕਰਦੇ ਹਾਂ, ਤਾਂ ਸਰਦਾਰ ਸ਼ਮਸ਼ੇਰ ਸਿੰਘ ਹੋਰੀ ਅਤੇ ਉਹਨਾਂ ਦੇ ਜੀਵਨ ਸਾਥਣ ਅਤੇ ਉਹਨਾਂ ਦਾ ਪੂਰਾ ਸਮੁੱਚਾ ਟੀਮ, ਸਾਰਾ ਪਰਿਵਾਰ, ਜਦੋਂ ਉੱਥੇ ਦੀ ਆਪਾਂ ਗੱਲ ਕਰਦੇ ਹਾਂ ਤਾਂ ਫਿਰ ਉਹਨਾਂ ਤੋਂ ਬਿਹਤਰ ਤਰੀਕੇ ਨਾਲ ਕੋਈ ਸਮਝਾ ਨਹੀਂ ਸਕਦਾ, ਕੋਈ ਦੱਸ ਨਹੀਂ ਸਕਦਾ ਸਾਨੂੰ ਕਿ ਅਸਲ ਦੇ ਵਿੱਚ ਇਹ ਕਾਰਜ ਕਰਦੇ ਹੋਏ ਸਮਾਜ ਦੇ ਇਸ ਖਾਸ ਵਰਗ ਲਈ ਨੀਤੀ ਕੀ ਹੁੰਦੀ ਹੈ, ਰਣਨੀਤੀ ਕੀ ਹੁੰਦੀ ਹੈ, ਸੋਚ ਕੀ ਹੁੰਦੀ ਹੈ, ਸਮਝ ਕੀ ਹੁੰਦੀ ਹੈ। ਆਓ ਫਿਰ 2022 ਦੀਆਂ ਵਿਧਾਨ ਸਭਾ ਚੋਣਾਂ ਨੂੰ ਉਸ ਮਸਲੇ ਤੋਂ ਵੀ ਧਿਆਨ 'ਚ ਰੱਖਿਓ ਕਿ ਜਿਹੜੇ ਸਮਾਜ ਸੇਵਾ ਕਰ ਰਹੇ ਹੁੰਦੇ ਨੇ, ਜਿਨ੍ਹਾਂ ਲਈ ਕਰ ਰਹੇ ਹੁੰਦੇ ਨੇ, ਉਹਨਾਂ ਲਈ ਹੋ ਕੀ ਰਿਹਾ ਹੁੰਦਾ। ਸਵਾਗਤ ਕਰ ਲੈਂਦੇ ਹਾਂ ਸਰਦਾਰ ਸ਼ਮਸ਼ੇਰ ਸਿੰਘ ਹੋਰੀ ਦਾ। ਬਾਈ ਜੀ ਬਹੁਤ ਸਵਾਗਤ ਹੈ ਜੀ। ਆਇਆ ਬਹੁਤ ਬਹੁਤ ਧੰਨਵਾਦ ਜੀ। ਸਮੂਹ ਸਰੋਤਿਆਂ ਨੂੰ ਪ੍ਰੇਮ ਭਰੀ ਸਤਿ ਸ੍ਰੀ ਅਕਾਲ। ਬਾਈ ਜੀ ਆਜ਼ਾਦੀ ਦੇ 75-76 ਵਰ੍ਹਿਆਂ ਦੇ ਆਪਾਂ ਵਿੱਚ ਦਾਖਲ ਹੋਣ ਲੱਗੇ ਹਾਂ। ਪੰਜਾਬ ਲਈ ਬੜਾ ਗੰਭੀਰ ਤੇ ਗਹਿਰ ਮੁੱਦਾ ਲੱਗਦਾ ਮੈਨੂੰ ਕਿ 2022 ਦੀਆਂ ਚੋਣਾਂ ਆ ਗਈਆਂ, ਰੋਜ਼ ਨਵਾਂ ਐਲਾਨ, ਕੋਈ ਕਹਿੰਦਾ 10,000 ਦੇ ਦਾਂਗੇ, ਕੋਈ ਕਹਿੰਦਾ 5,000 ਦੇ ਦਾਂਗੇ, ਪਰ ਮੈਨੂੰ ਕਿਸੇ ਵੀ ਚੋਣ ਮਨੋਰਥ ਪੱਤਰ ਦੇ ਵਿੱਚ, ਕਿਸੇ ਵੀ ਰਾਜਨੀਤਿਕ ਸਟੇਜ ਦੇ ਉੱਤੋਂ, ਕਿਸੇ ਵੀ ਰਾਜਨੀਤਿਕ ਆਗੂ ਦੇ ਮੂੰਹੋਂ ਇਹ ਜਿਹੜਾ ਸਾਡਾ ਇੱਕ ਖਾਸ ਵਰਗ ਹੈ, ਇਹਦੀ ਗੱਲ ਨਹੀਂ ਸੁਣਨ ਨੂੰ ਮਿਲਦੀ। ਤੁਹਾਨੂੰ ਕੀ ਲੱਗਦਾ? ਕਿਉਂਕਿ ਤੁਸੀਂ ਵਿੱਚ ਸੇਵਾ ਨਿਭਾ ਰਹੇ ਹੋ, ਤੁਸੀਂ ਵਿੱਚੋਂ ਗੁੜ ਕੇ ਦੇਖਦੇ ਹੋ ਰੋਜ਼।
ਨਹੀਂ, ਬੜੀ ਵਧੀਆ ਤੁਸੀਂ ਜਿਵੇਂ ਗੱਲ ਕੀਤੀ ਹੈ ਨਾ ਵੀ ਸੰਵਿਧਾਨ ਦੀ ਗੱਲ ਕਰਦੇ ਹੋ ਤੇ ਨਾਲ ਸਮਾਜ ਸੇਵਾ ਦੀ ਗੱਲ ਕਰਦੇ ਹੋ, ਇਹ ਗੱਲਾਂ ਦੋ ਤਾਂ ਹੋ ਹੀ ਨਹੀਂ ਸਕਦੀਆਂ, ਕਿਉਂਕਿ ਉਹਨਾਂ ਨੇ ਕਿਹਾ ਸਾਨੂੰ ਸੇਵਾ ਦਾ ਮੌਕਾ ਦਿਓ। ਵੀ ਸੰਵਿਧਾਨ ਦੇ ਆਧਾਰ ਤੇ ਅਸੀਂ ਨਾਗਰਿਕ ਨੂੰ ਸੰਭਾਲ ਕੇ ਦਿਖਾਈਏ, ਜੀ ਸੰਭਾਲਣਾ ਹੈਗਾ, ਸੇਵਾ ਕਰਨੀ ਹੈ, ਸੇਵਾ ਦਾ ਮੌਕਾ ਦਿਓ। ਸੰਵਿਧਾਨ ਦੇ ਆਧਾਰ ਤੇ ਕਸਮ ਖਾਂਦੇ ਅਸੀਂ ਕਿ ਸੰਵਿਧਾਨ ਦੇ ਆਧਾਰ ਤੇ ਨਾਗਰਿਕ ਨੂੰ ਸੰਭਾਲਾਂਗੇ, ਨਾਗਰਿਕ ਦੀ ਸੇਵਾ ਕਰਾਂਗੇ। ਸਾਡੇ ਵਰਗੇ ਨੂੰ ਤਾਂ ਉੱਥੇ ਲੋੜ ਹੀ ਨਹੀਂ ਹੁੰਦੀ। ਬਹੁਤ ਤੁਸੀਂ ਪਹਿਲਾ ਮਹੱਤਵਪੂਰਨ ਪੱਖ ਹੀ ਚੁੱਕ ਲਿਆ, ਇਸੇ ਨੂੰ ਕੰਟੀਨਿਊ ਕਰਦੇ ਹਾਂ। ਮੈਂ ਇਸ ਦਾ ਵਿਸਤਾਰ ਦੇ ਦਿੰਦਾ ਪਿਆਰੇ ਦਰਸ਼ਕੋ। ਭਾਈ ਸਾਹਿਬ ਦੇ ਜਿਹੜਾ ਕਹਿਣ ਦਾ ਸਿੱਧਾ ਮਤਲਬ ਹੈ ਕਿ ਉਦੋਂ ਜਦੋਂ ਅਸੀਂ ਸੰਵਿਧਾਨ ਦੀ ਓਥ ਲੈਂਦੇ ਹਾਂ, ਮੈਂਬਰ ਪਾਰਲੀਮੈਂਟ ਬਣਨ ਤੋਂ ਬਾਅਦ, MLA ਬਣਨ ਤੋਂ ਬਾਅਦ, ABC ਕੁਝ ਵੀ ਬਣਨ ਤੋਂ ਬਾਅਦ, ਉਦੋਂ ਜਿਹੜੀ ਸਹੁੰ ਚੁੱਕੀ ਜਾਂਦੀ ਹੈ, ਉਹ ਸਹੁੰ ਇਸ ਕਰਕੇ ਚੁੱਕੀ ਜਾਂਦੀ ਹੈ ਕਿ ਭਾਈ ਦੇਸ਼ ਦੇ ਸਾਰੇ ਵਰਗਾਂ ਦਾ ਅਸੀਂ ਧਿਆਨ ਰੱਖਣ ਦੀ, ਉਹਨਾਂ ਦੀ ਸੇਵਾ ਸੰਭਾਲ ਕਰਨ ਦੀ ਸੰਵਿਧਾਨ ਦੇ ਅਨੁਸਾਰ ਸਹੁੰ ਚੁੱਕਦੇ ਹਾਂ। ਕੀ ਉਹ ਸਹੁੰ ਚੁੱਕੀ ਜਾਂਦੀ ਹੈ ਸਿਰਫ, ਜਾਂ ਉਹ ਤੇ ਅਮਲ ਕੀ ਹੁੰਦਾ? ਇਸ ਗੱਲ ਨੂੰ ਹੁਣ ਤੁਹਾਡੇ ਸਾਹਮਣੇ ਰੱਖਣਾ। ਹਾਂ, ਸਹੁੰ ਚੁੱਕੀ ਜਾਂਦੀ ਹੈ ਜਾਂ ਫਿਰ ਅੱਖਾਂ 'ਚ ਘਾਟਾ ਪਾਇਆ ਜਾਂਦਾ ਹੈ ਨਾ। ਇਹ ਮੈਂ ਨਹੀਂ ਕਹਿੰਦਾ, ਇੱਕ ਕੰਮ ਦੱਸਦੇ ਆ, ਹਾਲਾਤ ਦੱਸਦੇ ਆ, ਰਿਜ਼ਲਟ ਦੱਸਦੇ ਆ, 70 ਸਾਲ ਦਾ ਇਤਿਹਾਸ ਦੱਸਦਾ ਹੈ, ਜੋ ਵੀ ਤੁਸੀਂ ਕਹਿੰਦੇ ਹੋ। ਇਸ ਦੇ ਵਿੱਚ ਵੈਸੇ ਤਾਂ ਇਹ ਪਹਿਲੀ ਗੱਲ ਸਵਾਰਥੀਆਂ ਤੋਂ ਸੁਣ ਨਹੀਂ ਹੁੰਦੀ, ਜੀ ਜੀ ਜੀ, ਖੁਦਗਰਜ਼ਾਂ ਤੋਂ ਫਿਰ ਜਰ ਨਹੀਂ ਹੁੰਦੀ, ਪਰ ਇਨਸਾਨੀਅਤ ਨੂੰ ਪਿਆਰ ਕਰਨ ਵਾਲੇ ਤੋਂ ਰਹਿ ਨਹੀਂ ਹੁੰਦਾ। ਉਹਨਾਂ ਦੀ ਹਾਲਤ ਦਾ ਜਿਹੜਾ ਇਜ਼ਹਾਰ ਹੈ, ਜੋ ਹਾਲਾਤ ਹੈ ਨਾਗਰਿਕ ਦੇ, ਹੈ ਨਾ, ਤੇ ਫਿਰ ਉਹਨਾਂ ਦੀ ਗੱਲ ਹੋਰ ਕਰੇਗਾ ਵੀ ਕੌਣ? ਬਿਲਕੁਲ, ਕਿਉਂਕਿ ਹਾਲਾਤ ਐਸੇ ਬਣ ਚੁੱਕੇ ਹੁਣ ਕਿ ਜਿਸ ਵੇਲੇ ਇਨਸਾਨ ਆਪਣੇ ਹੀ ਇਨਸਾਨ ਦੇ ਵਿੱਚ ਲਵਾਰਸ ਹੋ ਜੇ, ਆਪਣਿਆਂ ਦੇ ਹੁੰਦੇ, ਸਮਾਜ ਦੇ ਵੀ ਦਰਵਾਜ਼ੇ ਤੇ ਸਰਕਾਰ ਦੇ ਦਰਵਾਜ਼ੇ, ਤੇ ਤੁਸੀਂ ਗੱਲ ਕੀਤੀ ਸੀ ਗੁਰੂ ਨਾਨਕ ਪਾਤਸ਼ਾਹ ਦੀ, ਬਾਬੇ ਨਾਨਕ ਦੀ ਗੱਲ ਕੀਤੀ ਸੀ, ਹੈ ਨਾ, ਜਿਨ੍ਹਾਂ ਨੇ ਕਿਵੇਂ ਸੱਚ ਦਾ ਉਪਦੇਸ਼ ਦੇਣ ਕਰਵਾਇਆ ਸੀ, ਕਿਵੇਂ ਮਾਨਵਤਾਵਾਦ ਤੋਂ ਅਧਿਆਤਮਵਾਦੀ ਸਾਨੂੰ ਬਣਾਇਆ ਸੀ, ਕਿਵੇਂ ਦੁਖੀਆਂ ਨੂੰ ਗੱਲ ਨਾਲ ਲਾਇਆ ਸੀ। ਤੇ ਫਿਰ ਇਹਦਾ ਮਤਲਬ ਜਿਵੇਂ ਆਪਾਂ ਕਹਿੰਦੇ ਆ ਵੀ ਇਹ ਸਵਾਰਥੀਆਂ ਤੋਂ ਸੁਣ ਵੀ ਨਹੀਂ ਹੋਣੀ, ਪੁਜਾਰੀਆਂ ਤੋਂ ਜਰ ਵੀ ਨਹੀਂ ਹੋਣੀ, ਜਰ ਵੀ ਨਹੀਂ ਹੋਣੀ, ਹੈ ਨਾ। ਤੇ ਬਾਕੀ ਸੱਚ ਦੇ ਜਿਹੜੇ ਕੁਝ ਪੁਜਾਰੀ ਹੈਗੇ ਆ, ਸੱਚ ਦੇ ਆਸ਼ਿਕ ਹੈਗੇ ਆ, ਜਾਂ ਇਨਸਾਨੀਅਤ ਨੂੰ ਪਿਆਰ ਕਰਨ ਵਾਲੇ ਸਮਾਜਦਰਦੀ ਲੋਕਾਂ ਤੋਂ ਫਿਰ ਰਹਿ ਵੀ ਨਹੀਂ ਹੁੰਦਾ। ਜੀ ਬਿਲਕੁਲ। ਤੇ ਇਸ ਕਰਕੇ ਮਤਲਬ ਇਹ ਹਾਲਾਤ ਤਾਂ ਬਹੁਤ ਜਿਹੜੇ ਤੁਸੀਂ ਦੱਸ ਰਹੇ ਹੋ ਬੜੇ ਗੰਭੀਰ ਹੈ ਕਿ ਅੱਜ ਸਮਾਜ ਦੇ ਵਿੱਚ ਉਹ ਨਾਗਰਿਕ ਜਿਹੜੇ ਕਿ ਇਸ ਦੇਸ਼ ਦੀਆਂ, ਜਿਨ੍ਹਾਂ ਦਾ ਕੋਈ ਵੱਖਰਾ CM ਨਹੀਂ ਹੁੰਦਾ, ਵੱਖਰੀਆਂ ਸਰਕਾਰਾਂ ਨਹੀਂ ਹੁੰਦੀਆਂ, ਸੰਵਿਧਾਨ ਦੇ ਵਿੱਚ ਉਹਨਾਂ ਦੇ ਲਈ ਬਿਲਕੁਲ ਬੜਾ ਕਲੀਅਰ ਕੱਟ ਲਿਖਿਆ ਹੋਇਆ ਕਿ ਹੋਰ ਡਿਊਟੀ ਛੱਡੀ ਜਾ ਸਕਦੀ ਹੈ, ਪਰ ਸਭ ਤੋਂ ਪਹਿਲਾਂ ਉਹਨਾਂ ਨੂੰ ਜੇਕਰ ਕੋਈ ਵੀ ਇਨਸਾਨ ਆਪਣੀ ਸੰਭਾਲ ਤੋਂ ਮਥਾਜ ਹੋ ਚੁੱਕਿਆ ਹੈ ਤੇ ਉਸ ਇਨਸਾਨ ਨੂੰ ਅਨਕੰਡੀਸ਼ਨਲੀ ਨਹੀਂ, ਮਤਲਬ ਉਹਦੀ ਡਿਊਟੀ ਹੈ, ਸੰਵਿਧਾਨਿਕ ਡਿਊਟੀ ਹੈ ਕਿ ਉਸ ਵੇਲੇ ਕੰਸਰਨਡ ਪੁਲਿਸ ਜਿਹੜਾ ਸਟੇਸ਼ਨ ਹੈਗਾ, ਉਸ ਜਿਹੜੀ ਜੁਰੀਡਿਕਸ਼ਨ 'ਚ ਪੈਂਦਾ ਹੈ, ਉਹਨੇ ਤੁਰੰਤ ਉਸ ਨੂੰ ਦੇਖਣਾ ਹੈ, ਆਇਡੈਂਟੀਫਾਈ ਕਰਕੇ ਉਹਨਾਂ ਲੋਕਾਂ ਨੂੰ, ਉਹਨਾਂ ਨਾਗਰਿਕਾਂ ਨੂੰ ਆਪਣੀ ਸੰਵਿਧਾਨਿਕ ਡਿਊਟੀ ਦੇ ਆਧਾਰ ਦੇ ਉੱਤੇ, ਤੇ ਜੇ ਲੋੜ ਪੈਣ ਤੇ ਪਹਿਲਾਂ ਹਸਪਤਾਲ ਜਾਂ ਫਿਰ ਜਿਹੜਾ ਸੰਬੰਧਿਤ ਮੈਜਿਸਟ੍ਰੇਟ ਹੈ ਉਹਦੇ ਕੋਲ ਲੈ ਕੇ ਜਾਣਾ ਹੈ। ਪਰ ਅੱਜ ਤੁਸੀਂ ਪੁੱਛ ਕੇ ਦੇਖਿਓ, ਪਹਿਲੀ ਗੱਲ ਤੇ ਇਸ ਚੀਜ਼ ਦਾ ਅਹਿਸਾਸ ਨਹੀਂ ਕਰਾਇਆ ਗਿਆ ਕਿ ਤੁਹਾਡੀ ਸੰਵਿਧਾਨਿਕ ਡਿਊਟੀ ਹੈ। ਹੋਰ ਗੱਲਾਂ ਦਾ ਅਹਿਸਾਸ ਕਰਾ ਦਿੱਤਾ ਕਿ ਸਵੇਰੇ ਖੜ ਜਾਂਦੇ ਆ ਤੇ ਸ਼ਾਮ ਤੱਕ ਕਿਉਂ ਖੜੇ ਆ, ਕਹਿੰਦੇ ਵੀ ਇੱਥੋਂ ਤਾਂ ਮਤਲਬ ਮੰਤਰੀ ਸਾਹਿਬ ਨੇ ਲੰਘਣਾ ਸੀ, ਉਹ ਵੀ ਲੰਘਣਾ ਉੱਪਰ ਦੀ ਹੁੰਦਾ ਜੀ ਕਈ ਵਾਰੀ। ਤੇ ਠੀਕ ਹੈ, ਉਹਨਾਂ ਲਈ ਮਤਲਬ ਜਿਹੜੇ ਦੂਜੇ, ਸਾਨੂੰ ਕੋਈ ਇਤਰਾਜ਼ ਨਹੀਂ, ਸਾਡੇ ਮਤਲਬ ਸਤਿਕਾਰਯੋਗ ਸਾਰੀਆਂ ਸਰਕਾਰਾਂ ਚਲਾਉਣੀਆਂ, ਪਰ ਸਰਕਾਰਾਂ ਨੇ ਜਿਹੜੀ ਨੀਤੀ ਬਣਾਉਣੀ ਸੀ, ਰਾਜ ਦੀ ਜਿਹੜੀ ਨੀਤੀ ਬਣਾਉਣੀ ਸੀ, ਰਾਜਨੀਤੀ ਤਾਂ ਬਹੁਤ ਜ਼ਰੂਰੀ ਹੈ ਜੀ, ਬਿਲਕੁਲ ਮਾੜੀ ਨਹੀਂ, ਇਹ ਤਾਂ ਜ਼ਰੂਰੀ ਹੈ। ਇਸ ਤੋਂ ਬਿਨਾਂ ਨੀਤੀ ਨਹੀਂ ਹੋਗੀ ਤਾਂ ਸਮਾਜ ਚੱਲੇਗਾ ਕਿਵੇਂ? ਉਸੇ ਨੂੰ ਤਾਂ ਰਾਜ ਕਰਨ ਦੀ ਨੀਅਤ ਔਰ ਨੀਤੀ ਕਿਹਾ ਜਾਂਦਾ। ਜੇ ਨੀਅਤ ਮਾੜੀ ਨਾ ਹੋਵੇ ਤੇ ਇਹ ਨੀਤੀ ਜਿਹੜੀ ਹੈਗੀ ਹੈ, ਇਸ ਨੂੰ, ਪੰਜਾਬ ਨੂੰ ਤਾਂ, ਇਸ ਦੇਸ਼ ਨੂੰ ਤਾਂ ਦੁਬਾਰੇ ਫਿਰ ਸੋਨੇ ਦੀ ਚਿੜੀਆ ਬਣਾ ਦੇਵੇ ਨਾ ਜੀ, ਬਿਲਕੁਲ। ਤੇ ਮਤਲਬ ਨੀਅਤ ਜਿਹੜੀ ਹੈਗੀ ਹੈ ਨਾ, ਉਹ ਨੀਅਤ ਚੰਗੀ ਹੋਵੇ ਤੇ ਰਾਜਨੀਤੀ ਤਾਂ ਸਾਡੇ ਹਾਲਾਤ ਬਦਲ ਕੇ ਰੱਖ ਦੇਗੀ ਜੀ, ਰਾਜ ਦੇ ਪ੍ਰਤੀ ਨੀਤੀ। ਤੇ ਹੁਣ ਜਿਹੜੀਆਂ ਨੀਤੀਆਂ ਬਣ ਵੀ ਚੁੱਕੀਆਂ, ਉਹਨਾਂ ਤੋਂ ਇੰਨਾ ਬੁਰੀ ਤਰ੍ਹਾਂ ਭੱਜਿਆ ਜਾ ਰਿਹਾ ਕਿ ਮਤਲਬ ਉਹਨਾਂ ਨੂੰ ਸਾਡੀਆਂ ਤਾਂ ਰੋਜ਼ ਦੀਆਂ ਹੱਡ ਬੀਤੀਆਂ। ਮਸਲਨ ਉਦਾਹਰਨ ਦੇ ਤੌਰ ਦੇ ਉੱਤੇ ਮੈਂ ਤੁਹਾਡੇ ਵਾਲੀ ਗੱਲ ਨੂੰ ਹੀ ਚਾਹੁੰਦਾ ਕਿ ਜਿਹੜੇ ਸਾਡੇ ਸਤਿਕਾਰਤ ਦਰਸ਼ਕ ਦੇਖ ਰਹੇ ਨੇ, ਉਦਾਹਰਨ ਦੇ ਤੌਰ ਤੇ ਇਹ ਕਿਵੇਂ ਭੱਜਦੇ ਨੇ ਸੰਸਥਾਵਾਂ, ਮਤਲਬ ਪੁਲਿਸ ਜੁਰੀਡਿਕਸ਼ਨ ਹੋ ਗਈ, ਸਾਡੇ ਹਸਪਤਾਲ ਹੋ ਗਏ, ਸਾਡੀ ਬਿਊਰੋਕ੍ਰੇਸੀ, ਜਿਨ੍ਹਾਂ ਨੇ ਅਸਲ ਦੇ ਵਿੱਚ ਲਾਗੂ ਕਰਾਉਣਾ ਹੁੰਦਾ, ਇੰਪਲੀਮੈਂਟ ਕਰਾਉਣਾ ਹੁੰਦਾ, ਇਹ ਭੱਜਦੇ ਕਿਵੇਂ ਨੇ ਇਹਨਾਂ ਨਾਗਰਿਕਾਂ ਪ੍ਰਤੀ ਜਿਹੜੇ ਆਪਣੇ ਆਪ ਜੋਗੇ ਨਹੀਂ ਰਹੇ ਹੈਗੇ? ਉਹਨਾਂ ਦੀ ਸਾਂਭ ਸੰਭਾਲ ਤੋਂ ਹੀ ਭੱਜਦੇ ਕਿਵੇਂ ਹੈ ਜੀ? ਫਿਰ ਤੁਸੀਂ ਇਹ ਪੁੱਛ ਲਓ ਕਿ ਭੱਜਦੇ ਕਿਵੇਂ ਨਹੀਂ ਹੈਗੇ, ਕਿਵੇਂ, ਕਿਹੋ ਜਿਹੇ ਹੀਲੇ ਵਰਤਦੇ? ਇਹਦੇ ਲਈ ਜ਼ਿੰਮੇਵਾਰੀ ਜਿਹੜੀ ਹੈਗੀ ਹੈ ਸਾਡੀ ਨਹੀਂ ਬਣਦੀ। ਇਹਨੇ ਕੋਈ ਕ੍ਰਾਈਮ ਨਹੀਂ ਕੀਤਾ,
ਸਿੰਪਲ ਜੀ ਗੱਲ ਹੈ, ਤੁਸੀਂ ਹੈਲਪਲਾਈਨ ਤੇ ਫੋਨ ਕਰੋਗੇ, ਹੈਲਪਲਾਈਨ ਬੜੀ ਕਲੀਅਰ ਬਣਾਈ ਹੋਈ ਹੈ ਕਿ ਤੁਸੀਂ ਇਸ 112 ਤੇ ਫੋਨ ਕਰਨਾ ਹੈ। ਇਹ ਫੋਨ ਜਿਹੜਾ ਹੈਗਾ ਤੁਹਾਨੂੰ ਉਸ ਵੇਲੇ ਜਿਹੜਾ ਵੀ ਕੋਈ ਵੀ ਨਾਗਰਿਕ ਇਹੋ ਜਿਹੇ ਹਾਲਾਤਾਂ ਵਿੱਚ ਰੁਲ ਰਿਹਾ, ਭਾਵੇਂ ਉਹ ਆਪਣੀ ਕੋਠੀ 'ਚ ਰੁਲ ਰਿਹਾ, ਮਕਾਨ 'ਚ ਰੁਲ ਰਿਹਾ, ਇਹਦੇ ਵਿੱਚ ਮਤਲਬ ਇਹ ਨਹੀਂ ਕਿ ਕੋਈ ਇੱਕ ਉਹ ਸੈਕਸ਼ਨ ਹੈ ਜਿਹੜਾ ਕਿ ਬਹੁਤ ਆਰਥਿਕ ਪੱਖੋਂ ਕਮਜ਼ੋਰ ਹੈ, ਨਹੀਂ। ਇਹਦੇ ਵਿੱਚ ਬੜੇ ਸੀਨੀਅਰ ਅਧਿਕਾਰੀ ਹੈ ਜਿਹਨੇ ਸਟੇਟ ਲੈਵਲ ਦੀਆਂ ਕੁਰਸੀਆਂ ਤੇ ਬਹਿ ਕੇ ਤੇ ਸਮਾਜ ਨੂੰ ਕਹਿ ਲਓ ਵੀ ਆਪਣੀਆਂ ਡਿਊਟੀਆਂ ਨਿਭਾਈਆਂ ਹੋਣ। ਪਰ ਜਿਸ ਵੇਲੇ ਉਹ ਬੇਬਸ ਤੇ ਲਾਚਾਰ ਹੋ ਗਿਆ, ਕੋਈ ਡਿਮੈਂਸ਼ੀਆ, ਕੋਈ ਡਿਪਰੈਸ਼ਨ, ਕੋਈ ਕਿਸੇ ਟ੍ਰੈਜਡੀ ਕਰਕੇ, ਹੈ ਨਾ, ਉਸ ਦੇ ਵਿੱਚ ਇਹ ਸਾਰਾ ਹੀ ਵਰਗ ਹੈ। ਉਹਦੇ ਵਿੱਚ ਪ੍ਰੋਫੈਸਰ ਵੀ ਹੈਗੇ ਆ, ਉਹਦੇ ਵਿੱਚ ਡਾਕਟਰ ਵੀ ਹੈਗੇ ਆ, ਸਾਰੇ ਹੀ ਹੈਗੇ ਆ। ਮੈਂ ਇਹ ਗੱਲਾਂ ਤਾਂ ਵਾਰ-ਵਾਰ ਕਰ ਰਿਹਾ ਹੈਗਾ ਵੀ ਇਹ ਮਤ ਸੋਚੋ ਵੀ ਉਹ ਤਾਂ ਇਸ ਕਰਕੇ ਹੋ ਗਏ ਕਿ ਉਹਨਾਂ ਕੋਲ ਪੈਸਾ ਪਦਾਰਥ ਨਹੀਂ ਸੀ। ਇਹ ਜਿਹੜਾ ਮਾਨਸਿਕ ਰੋਗ ਹੈ ਨਾ, ਜਿਵੇਂ ਫਿਜ਼ੀਕਲ ਹੈਲਥ ਨਹੀਂ ਨਾ ਕਿਸੇ ਨੂੰ ਬਖਸ਼ਦੀ, ਫਿਜ਼ੀਕਲ ਹੈਲਥ ਜਿਹੜੀ ਹੈ ਇਹਦੇ ਵਿੱਚ ਸਾਰੇ ਹੀ ਮਤਲਬ ਆ ਜਾਂਦੇ ਹੈਗੇ ਆ, ਭਾਵੇਂ ਉਹ ਦੇਸ਼ ਦਾ ਕੋਈ ਵੀ ਨਾਗਰਿਕ ਹੋਵੇ, ਹੈ ਨਾ, ਭਾਵੇਂ ਉਹ ਤਖਤਾਂ ਤੇ ਬੈਠਿਆ ਹੋਵੇ ਤੇ ਭਾਵੇਂ ਉਹ ਕੋਈ ਵੀ ਕੰਮ ਕਰ ਰਿਹਾ ਹੋਵੇ। ਇਸੇ ਤਰੀਕੇ ਨਾਲ ਮੈਂਟਲ ਹੈਲਥ ਜਿਹੜੀ ਹੈਗੀ ਹੈ, ਇਹ ਮਤਲਬ ਕਿਸੇ ਵੇਲੇ ਵੀ ਕਿਸੇ ਨੂੰ ਵੀ ਇਹ ਚੀਜ਼ ਡਿਸਆਰਡਰ ਹੋ ਸਕਦਾ ਹੈ ਤੇ ਹੁੰਦਾ ਹੈ। ਤੇ ਸਾਡੀਆਂ ਉੱਥੇ ਬਾੜਾਂ ਕਿਆ ਬਰੇਂਡਿਆਂ ਦੇ ਵਿੱਚ ਇਹ ਨਾਗਰਿਕ ਦਿਨ ਕੱਟ ਰਹੇ ਜਿਹੜੇ, ਬਿਲਕੁਲ, ਤੇ ਇਹ ਮਤਲਬ ਬੜੀ ਕਲੀਅਰ ਹੈਗਾ ਕਿ ਜੇਕਰ ਅਸੀਂ ਇਸ ਨੂੰ ਅਜੇ ਤੱਕ ਨਾ ਸਮਝੇ ਤਾਂ ਆਉਣ ਵਾਲੇ ਦਿਨ ਬੜੇ ਖਤਰਨਾਕ ਤੇ ਬੜੇ ਭਿਆਨਕ ਦਿਖ ਰਹੇ ਹਨ। ਇਸ ਕਰਕੇ ਰਾਜ ਦੇ ਵਿੱਚ ਜਿੰਨੀਆਂ ਵੀ, ਜਿਵੇਂ ਆਪਾਂ ਕਹਿੰਦੇ ਨਾ ਵੀ ਇਹਨਾਂ ਦੇ ਪ੍ਰਤੀ ਐਟੀਟਿਊਡ ਕਿਦਾਂ ਦਾ ਬਣ ਚੁੱਕਿਆ ਨਾਗਰਿਕ ਦੇ ਪ੍ਰਤੀ, ਐਟੀਟਿਊਡ ਜਦੋਂ ਕੰਮਾਂ ਦੇ ਆਧਾਰ ਤੇ ਦੇਖਦੇ ਆ, ਜਦੋਂ ਵੀ ਫੋਨ ਕਰਦੇ ਆ, ਸਾਡੇ ਕੋਲ ਬਹੁਤ ਵੱਡੀ ਮਤਲਬ ਲਿਸਟ ਹੈਗੀ ਹੈ ਕਿ ਜਦੋਂ ਵੀ ਸੰਬੰਧਿਤ ਅਧਿਕਾਰੀਆਂ ਨੂੰ ਫੋਨ ਕੀਤਾ ਜਾਂਦਾ, ਸੰਬੰਧਿਤ ਮਹਿਕਮੇ ਨੂੰ ਫੋਨ ਕੀਤਾ ਜਾਂਦਾ, ਬਿਲਕੁਲ ਅਹਿਸਾਸ ਨਹੀਂ ਕਿ ਸਾਡੀ ਸੰਵਿਧਾਨਿਕ ਡਿਊਟੀ ਬਣਦੀ ਹੈ, ਅਸੀਂ ਸੋਲੂਸ਼ਨ ਦੇਣਾ ਹੈਗਾ। ਕਿਹੋ ਜਿਹਾ ਰਵੱਈਆ ਹੁੰਦਾ ਸਰ ਉਹਨਾਂ ਦਾ? ਰਵੱਈਆ ਤਾਂ ਤੁਸੀਂ ਭੁਗਤ ਭੋਗੀ ਹੋ, ਤੁਸੀਂ ਰੋਜ਼ ਉਹਦੇ ਵਿੱਚੋਂ ਨਿਕਲ ਰਹੇ ਹੋ, ਤਾਂ ਹੀ ਇਹ ਗੱਲਾਂ ਨਿਕਲ ਕੇ ਆਉਂਦੀਆਂ ਸਾਹਮਣੇ। ਮਤਲਬ ਓਵਰਆਲ ਜਿਹੜਾ ਸਾਡਾ ਦੇਸ਼ ਚੱਲ ਰਿਹਾ, ਉਸ ਦੇ ਵਿੱਚ ਅਲੱਗ-ਅਲੱਗ ਸਟੇਟਾਂ 'ਚ ਮੈਨੂੰ ਜਾਣ ਦਾ ਮੌਕਾ ਮਿਲਦਾ ਹੈ ਜੀ, ਤੇ ਅਲੱਗ-ਅਲੱਗ ਜਗ੍ਹਾ ਤੇ ਇਹ ਮਿਸ਼ਨ ਵੀ ਅਸੀਂ ਜਿਹੜੇ ਹੈਗੇ ਆ ਵੀ ਜਿੰਨੀ ਦੇਰ ਤੱਕ ਸਰਕਾਰਾਂ ਬੇਵਸ ਤੇ ਲਾਚਾਰ ਆਪਣੇ ਆਪ ਨੂੰ ਮਹਿਸੂਸ ਕਰ ਰਹੀਆਂ ਹੈਗੀਆਂ। ਬੜੀ ਸੋਹਣੀ ਗੱਲ ਕਹੀ ਮੈਨੂੰ ਤੁਹਾਡੀ ਗੱਲ ਬੜੀ ਸੋਹਣੀ ਲੱਗੀ ਕਿ ਬੇਵਸ ਤੇ ਲਾਚਾਰ ਅਸਲ ਦੇ ਵਿੱਚ ਉਹ ਨਹੀਂ ਹੈਗੇ ਜਿਹੜੇ ਇਸ ਵਕਤ ਬਿਮਾਰ ਨੇ। ਬੇਵਸ ਤੇ ਲਾਚਾਰ ਤਾਂ ਸਾਡਾ ਤੰਤਰ ਹੋ ਚੁੱਕਿਆ। ਤੰਤਰ ਇਸ ਕਰਕੇ ਕਿਉਂਕਿ ਫਿਰ ਸਾਰੇ ਹੀ ਆ ਗਏ। ਜਦੋਂ ਹੁਣ ਸ਼ਮਸ਼ੇਰ ਸਰ ਦੱਸ ਰਹੇ ਨੇ ਕਿ ਤੁਸੀਂ ਹੈਲਪਲਾਈਨ ਤੇ ਫੋਨ ਕਰੋਗੇ, ਜ਼ਿੰਮੇਵਾਰੀਆਂ ਨਿਰਧਾਰਤ ਔਰ ਤੈਅ ਕੀਤੀਆਂ ਸੰਵਿਧਾਨ ਦੇ ਹਿਸਾਬ ਨਾਲ, ਪਰ ਉਹ ਤੰਤਰ ਇੰਨਾ ਲਾਚਾਰ ਤੇ ਬੇਵਸ ਹੋ ਚੁੱਕਿਆ ਕਿ ਬਿਮਾਰ ਅਸਲ 'ਚ ਤੰਤਰ ਹੈ। ਉਹ ਲੋਕ ਤਾਂ ਕੁਦਰਤ ਦੀ ਕਰੋਪੀ ਦਾ ਸ਼ਿਕਾਰ ਨੇ। ਉਹ ਜਿੱਦਾਂ ਬਾਈ ਜੀ ਨੇ ਸਰ ਨੇ ਦੱਸਿਆ ਕਿ ਜਿੱਦਾਂ ਫਿਜ਼ੀਕਲ ਹੈਲਥ ਕਿਸੇ ਦੀ ਬਿਮਾਰ ਹੋ ਸਕਦੀ ਹੈ ਤਾਂ ਮਾਨਸਿਕ ਹਾਲਤ ਵੀ ਕਿਸੇ ਦੀ ਹੈਲਥ ਜਿਹੜੀ ਹੈ ਉਹ ਬਿਮਾਰ ਹੋ ਸਕਦੀ ਹੈ, ਕਦੇ ਵੀ ਹੋ ਸਕਦੀ ਹੈ, ਕਿਵੇਂ ਵੀ ਹੋ ਸਕਦੀ ਹੈ। ਦੋਸਤੋ, ਇਸ ਚਰਚਾ ਨੂੰ ਰੋਕਣ ਦਾ ਮਤਲਬ ਜੀ ਨਹੀਂ ਕਰਦਾ, ਪਰ ਵਕਤ ਦੇ ਪਾਬੰਦੀ ਦੇ ਵਿੱਚ ਰਹਿਣਾ ਸਾਡਾ ਅਸੂਲ ਹੈ ਔਰ ਵਕਤ ਹੀ ਸਾਨੂੰ ਹਮੇਸ਼ਾ ਅੱਗੇ ਔਰ ਪਿੱਛੇ ਕਰਦਾ ਰਹਿੰਦਾ। ਵਕਤ ਇੱਕ ਛੋਟੇ ਬ੍ਰੇਕ ਦਾ ਹੋਇਆ। ਬ੍ਰੇਕ ਦੇ ਅਗਲੇਰੇ ਪਾਰ ਇਸੇ ਮਸਲੇ ਨੂੰ, ਇਸੇ ਚਰਚਾ ਨੂੰ ਜਾਰੀ ਰੱਖਾਂਗੇ ਕਿਉਂਕਿ ਇਹ ਮਸਲਾ ਗੰਭੀਰ ਹੈ ਔਰ ਗੰਭੀਰਤਾ ਨਾਲ ਇਹ ਸਵਾਲ ਚੁੱਕਣੇ ਬਹੁਤ ਜ਼ਰੂਰੀ ਨੇ। ਮਿਲਦੇ ਹਾਂ ਬ੍ਰੇਕ ਦੇ ਅਗਲੇਰੇ ਪਾਰ। ਬ੍ਰੇਕ ਦੇ ਇਸ ਪਾਰ ਤੁਹਾਡਾ ਸਵਾਗਤ ਹੈ। ਸਮਾਜ ਸੇਵਾ ਅਤੇ ਸੰਵਿਧਾਨ, ਅਸੀਂ ਇਸ ਨੂੰ ਸਿਰਫ ਸ਼ਬਦ ਜਾਂ ਬੋਲਣ ਦਾ ਇੱਕ ਵਾਕ ਬੰਤਰ ਨਹੀਂ ਸਮਝਦੇ। ਇਸੇ ਕਰਕੇ ਪ੍ਰਭ ਆਸਰਾ ਸੰਸਥਾ ਜਿਹੜੀ ਪਿਛਲੇ ਲੰਮੇ ਸਮੇਂ ਤੋਂ ਜ਼ਮੀਨ ਨਾਲ ਜੁੜ ਕੇ ਕੰਮ ਕਰਕੇ ਦਿਖਾ ਰਹੀ ਹੈ ਔਰ ਉਹ ਸੰਸਥਾਗਤ ਤਰੀਕੇ ਨਾਲ ਸਾਰੇ ਲੋਕ ਲੱਗੇ ਹੋਏ ਨੇ। ਸਰਦਾਰ ਸ਼ਮਸ਼ੇਰ ਸਿੰਘ ਜੀ ਸਾਡੇ ਨਾਲ ਜੁੜੇ ਨੇ। ਬ੍ਰੇਕ ਤੋਂ ਪਹਿਲਾਂ ਆਪਾਂ ਜਿਸ ਮਾਮਲੇ ਦੇ ਉੱਤੇ ਲੱਗੇ ਹੋਏ ਸੀ ਉਸੇ ਦੇ ਉੱਤੇ ਵਾਪਸ ਪਰਤਦੇ ਹਾਂ, ਕਿਉਂਕਿ ਨਿੱਜੀ ਤੌਰ ਦੇ ਉੱਤੇ ਵੀ ਸਾਨੂੰ ਇਹ ਲੱਗਦਾ, ਮੈਨੂੰ ਤਾਂ ਇਹ ਲੱਗਦਾ ਖਾਸ ਤੌਰ 'ਤੇ, ਕਿ ਮਨੁੱਖ ਦਾ ਅਣਮਨੁੱਖੀ ਹੋ ਜਾਣਾ ਇਹ ਸਭ ਤੋਂ ਬੁਰਾ ਰਵੱਈਆ ਹੁੰਦਾ। ਤੁਸੀਂ ਮਨੁੱਖਤਾ ਨੂੰ ਆਪਣੇ ਅੰਦਰੋਂ ਜੇ ਕਿਤੇ ਖ਼ਤਮ ਕਰ ਲਓਗੇ, ਫਿਰ ਤੁਹਾਡੇ ਅਤੇ ਕੁਦਰਤ ਦੇ ਸਿਰਜੇ ਬਾਕੀ ਜੀ ਜੰਤ ਉਹਦੇ ਵਿੱਚ ਕੋਈ ਫਰਕ ਨਹੀਂ ਰਹਿ ਜਾਂਦਾ, ਕਿਉਂਕਿ ਬਾਕੀ ਜੀ ਜੰਤ ਫਿਰ ਵੀ ਆਪਣੇ ਕੋੜਵੇਂ ਪ੍ਰਤੀ, ਕਾਂ ਜਦੋਂ ਕੋਈ ਮਰਦਾ ਹੈ ਜਾਂ ਕੋਈ ਪੰਛੀ ਜਾਨਵਰ ਮਰਦਾ ਹੈ, ਅਫਸੋਸ ਕਰਨ ਲਈ ਸਾਰੇ ਪਹੁੰਚਦੇ ਹੈ। ਕੋਸ਼ਿਸ਼ ਕਰੋ ਕਿ ਅਸੀਂ ਇਸ ਨੂੰ ਜਾਗਰੂਕ ਲਹਿਰ ਬਣਾ ਸਕੀਏ, ਸਮਾਜ ਸੇਵਾ ਸੰਵਿਧਾਨ ਨੂੰ। ਸ਼ਮਸ਼ੇਰ ਸਿੰਘ ਸਰਦਾਰ ਜੀ ਸਾਡੇ ਨਾਲ ਜੁੜੇ ਨੇ। ਬਾਈ ਜੀ, ਮੁੜ ਸਵਾਗਤ ਹੈ। ਉਸੇ ਮਸਲੇ ਤੇ ਦੁਬਾਰਾ ਆਉਂਦੇ ਆ ਕਿ ਇਹ ਜ਼ਿੰਮੇਵਾਰੀ ਔਰ ਜ਼ਿੰਮੇਵਾਰੀ ਤੋਂ ਵੀ ਅਗਲੇਰੀ ਜੇ ਆਪਾਂ ਗੱਲ ਕਰੀਏ ਤਾਂ ਫਿਰ ਇਹ ਸਾਰੀਆਂ ਚੀਜ਼ਾਂ ਤੋਂ ਇਹ ਕਿਵੇਂ ਮਤਲਬ ਕਿਵੇਂ ਜੁੜਦੇ ਹੋ ਔਰ ਤੁਹਾਡਾ ਰੋਜ਼ ਦਾ ਕਿਵੇਂ ਮਤਲਬ ਤਜਰਬਾ ਕੀ ਰਹਿੰਦਾ ਹੈ? ਹਾਂ, ਨਹੀਂ ਬਿਲਕੁਲ ਤੁਸੀਂ ਗੱਲ ਕਰਦੇ ਸੀ ਰਵੱਈਏ ਦੀ, ਤੇ ਨਾਲ ਦੀ ਨਾਲ ਜਿਹੜੀ ਆਪਾਂ ਗੱਲ ਜਿਹੜੀ ਤੁਸੀਂ ਕਰ ਰਹੇ ਹੋ ਕਿ ਸੰਵਿਧਾਨ ਦੀ ਤੇ ਸੇਵਾ ਦੀ ਜੀ, ਮਤਲਬ ਰਵੱਈਆ ਜੇਕਰ ਸੰਵਿਧਾਨ ਦੇ ਆਧਾਰ ਤੇ ਜੋ ਕਮਿਟਮੈਂਟ ਕੀਤੀ ਜਾਂਦੀ ਹੈ, ਸੰਵਿਧਾਨ ਦੇ ਆਧਾਰ ਤੇ ਸੇਵਾ ਦਾ ਮੌਕਾ ਦਿਓ ਤਾਂ ਕਿ ਸੰਵਿਧਾਨ ਦੇ ਆਧਾਰ ਤੇ ਅਸੀਂ ਨਾਗਰਿਕ ਨੂੰ ਸੰਭਾਲ ਸਕੀਏ। ਜੇ ਇਹ ਰਵੱਈਆ ਹੋਵੇ ਨਾ, ਇਹ ਸੰਸਥਾਵਾਂ ਦੀ, ਪ੍ਰਭ ਆਸਰਾ ਵਰਗੀਆਂ ਸੰਸਥਾਵਾਂ ਦੀ ਲੋੜ ਨਹੀਂ ਪੈਂਦੀ, ਫਿਰ ਨਹੀਂ ਰਹਿੰਦੀ।
ਤੇ ਇਹ ਰਵੱਈਆ ਜਿਹੜਾ ਹੈਗਾ ਜਿਸ ਤਰੀਕੇ ਨਾਲ ਜਿਹੜਾ ਹੁਣ ਕੰਮਾਂ ਦੇ ਆਧਾਰ ਤੇ ਹਾਲਾਤਾਂ ਦੇ ਆਧਾਰ ਤੇ ਜਾਂ ਇੰਨੇ ਸੌ ਨਾਗਰਿਕਾਂ ਨੂੰ ਬੜੀ ਨੇੜਿਓਂ ਹੋ ਕੇ ਉਹਨਾਂ ਦੀਆਂ ਸਮੱਸਿਆਵਾਂ ਨੂੰ ਡੀਲ ਕਰਨ ਤੋਂ ਬਾਅਦ ਮਹਿਸੂਸ ਹੁੰਦਾ, ਇਹਦੀ ਐਗਜ਼ਾਮਪਲ ਇਹ ਤਾਂ ਨਹੀਂ ਬਣਦੀ, ਇਸ ਤੋਂ ਵੀ ਜ਼ਿਆਦਾ ਜਿਹੜੀ ਅੱਗੇ ਜਾਣਾ ਪਏਗਾ। ਕਿਉਂਕਿ ਜਿਵੇਂ ਇੱਕ ਜਿਹੜੀ ਗਾਂ ਜਿਹੜੀ ਹੈ ਨਾ, ਜਿਸ ਵੇਲੇ ਦੁੱਧ ਦਿੰਦੀ ਹੈ ਤੇ ਉਸ ਵੇਲੇ ਚੰਗੀ ਲੱਗਦੀ ਹੈ, ਉਹਦੀ ਲੋੜ ਹੁੰਦੀ ਹੈ, ਉਹਦੇ ਲਈ ਸ਼ੈਲਟਰ ਵੀ ਬਣਾਇਆ ਜਾਂਦਾ ਬੜਾ ਵਧੀਆ। ਮੈਂ ਕਾਹਦੇ ਵਾਸਤੇ ਬਣਾਇਆ, ਕਹਿੰਦੇ ਗਊਆਂ ਵਾਸਤੇ ਬਣਾਇਆ ਹੋਇਆ। ਮੈਂ ਕਿਹਾ ਇਹਨਾਂ ਬੜਾ ਵਧੀਆ ਅਰੇਂਜਮੈਂਟ ਕੀਤਾ। ਤੇ ਉਸ ਵੇਲੇ ਜਿਸ ਵੇਲੇ ਦੁੱਧ ਦਿੰਦੀ ਹੈ ਤੇ ਉਸ ਵੇਲੇ ਉਸ ਗਾਂ ਦੀ ਲੋੜ ਮਹਿਸੂਸ ਹੁੰਦੀ ਹੈ, ਉਹਦੇ ਲਈ ਸ਼ੈਲਟਰ ਵੀ ਬਣਦਾ, ਉਹਦੀ ਲੋੜ ਵੀ ਪੂਰੀ ਕੀਤੀ ਜਾਂਦੀ ਹੈ ਹਰ ਤਰ੍ਹਾਂ ਦੀ, ਉਹਦਾ ਇਲਾਜ ਵੀ ਕਰਾਇਆ ਜਾਂਦਾ ਲੋੜ ਅਨੁਸਾਰ, ਤੇ ਉਹਦਾ ਖਾਣ ਪੀਣ ਦਾ ਪ੍ਰਬੰਧ ਵੀ ਕੀਤਾ ਜਾਂਦਾ। ਜੀ ਬਿਲਕੁਲ। ਜਿਸ ਵੇਲੇ ਉਹ ਦੁੱਧ ਦੇਣਾ ਬੰਦ ਕਰ ਦਿੰਦੀ, ਦੁੱਧ ਦੇਣ ਯੋਗ ਨਹੀਂ ਰਹਿੰਦੀ, ਤੇ ਉਸ ਵੇਲੇ ਉਹਦੇ ਜ਼ਿਆਦਾਤਰ ਰੱਸੇ ਖੋਲ ਦਿੱਤੇ ਜਾਂਦੇ। ਅੱਜ ਸੜਕਾਂ ਦੇ ਉੱਤੇ ਕਿਵੇਂ ਰੁਲ ਰਹੀਆਂ, ਡੰਡਾ ਮਾਰ ਕੇ ਭਜਾਉਂਦੇ ਆ ਜੀ, ਰੱਸੇ ਖੋਲਣਾ ਤਾਂ ਬਹੁਤ ਸੜਕਾਂ ਤੇ ਰੁਲ ਰਹੀਆਂ ਦਿਖਦੀਆਂ। ਬਿਲਕੁਲ। ਤੇ ਉਸ ਜਿਵੇਂ ਇੱਕ ਜਦੋਂ ਖੇਤੀਬਾੜੀ ਦੇ ਵਿੱਚ ਬਲਦਾਂ ਨੂੰ ਯੂਜ਼ ਕਰਦੇ ਰਹੇ ਆ, ਜੀ ਬਿਲਕੁਲ, ਤੇ ਜਿਸ ਵੇਲੇ ਉਹ ਖੇਤੀਬਾੜੀ ਦੇ ਨਹੀਂ ਯੋਗ ਰਿਹਾ ਤੇ ਉਹਨਾਂ ਦੇ ਰੱਸੇ ਖੋਲ ਦਿੰਦੇ ਆ। ਪਰ ਇਹਦੇ ਵਿੱਚ ਤਾਂ ਸਾਰੇ ਨਹੀਂ ਖੋਲਦੇ, ਕੁਝ ਲੋਕ ਹੈਗੇ ਆ। ਪਰ ਆ ਜਿਹੜਾ ਹਾਲਾਤ ਅੱਜ ਬਣੇ ਹੋਏ ਜਿਨ੍ਹਾਂ ਦੀ ਗੱਲ ਤੁਸੀਂ ਬਾਰ-ਬਾਰ ਹੁਣ ਕਹਿ ਰਹੇ ਆ ਕਿ ਨਜ਼ਰੀਆ ਕੈਸਾ ਬਣ ਚੁੱਕਾ ਉਸ ਨਾਗਰਿਕ ਪ੍ਰਤੀ, ਉਹਨਾਂ ਉਸ ਵਰਗ ਦੇ ਪ੍ਰਤੀ, ਜਿਹੜਾ ਭਾਵੇਂ ਉਹ ਬੱਚਾ ਹੋਵੇ, ਭਾਵੇਂ ਲੜਕੀ ਹੋਵੇ, ਤੇ ਭਾਵੇਂ ਔਰਤ ਹੋਵੇ, ਤੇ ਭਾਵੇਂ ਉਹ ਬਜ਼ੁਰਗ ਹੋਵੇ, ਤੇ ਭਾਵੇਂ ਮਾਨਸਿਕ ਰੋਗਾਂ ਤੋਂ ਪੀੜਤ ਹੋਵੇ, ਤੇ ਭਾਵੇਂ ਉਹ ਇੰਟੈਲੈਕਚੁਅਲ ਡਿਸੇਬਿਲਿਟੀ ਤੋਂ ਪੀੜਤ ਹੋਵੇ, ਭਾਵੇਂ ਉਹਦੇ ਸਿਰ ਤੇ ਮਾਂ-ਬਾਪ ਨਹੀਂ ਰਹੇ, ਆਪਣੀ ਸੰਭਾਲ ਤੋਂ ਮਹਤਾਜ ਹੈ, ਉਹ ਲੜਕੀ ਹੈ, ਉਹ ਕਿੱਦਾਂ ਰੁਲਦੀ ਹੈ। ਇਹਨਾਂ ਪ੍ਰਤੀ ਨਜ਼ਰੀਆ ਜਿਹੜਾ ਹੈਗਾ, ਜਿਹੜੇ ਅੱਜ ਤੁਸੀਂ ਗੱਲ ਚੋਣ ਦੀ ਕਰਦੇ ਆ ਵੀ ਚੋਣ ਮੁਹਿੰਮ ਜਿਹੜੀ ਐਡੀ ਜ਼ਬਰਦਸਤ ਚੱਲ ਰਹੀ ਹੈਗੀ ਹੈ, ਹੜ ਆਇਆ ਹੋਇਆ ਵੀ ਇਸ ਦੇ ਵਿੱਚ ਇਹ ਲੋਕ ਕਿੱਥੇ ਆ? ਇਹ ਤਾਂ ਉੱਥੇ ਵੀ ਨਹੀਂ ਹੈਗੇ ਜਿੱਥੇ ਮੈਂ ਕਹਿੰਦਾ ਵੀ ਉਹ ਗਾਵਾਂ ਤੇ ਉਹ ਬਲਦ ਹੁੰਦੇ ਆ ਨਾ, ਉਹਨਾਂ ਜਿੰਨੀ ਵੀ ਇੰਪੋਰਟੈਂਸ ਨਹੀਂ ਦਿੱਤੀ ਜਾਂਦੀ। ਕਹਿੰਦੇ ਵੀ ਮਤਲਬ ਜਿਵੇਂ ਉਹ ਕਹਿੰਦੇ ਨਾ ਵੀ ਹੁਣ ਇਸ ਤੋਂ ਮਿਲੂਗਾ ਕੀ, ਇਹਦਾ ਫਾਇਦਾ ਕੀ ਹੈ? ਇੰਨੇ ਅਸੰਵੇਦਨ ਕਿਉਂ ਨੇ ਫਿਰ ਇਹ ਜਿਹੜੇ ਮਤਲਬ ਮੈਂ ਸਮਝ ਰਿਹਾ ਕਿ ਸ਼ਾਇਦ ਤੁਸੀਂ ਵੀ ਝਿਜਕ ਕੇ ਖੁੱਲ੍ਹ ਕੇ ਰਾਜਨੀਤੀ ਦੀ ਗੱਲ ਨਹੀਂ ਕਰ ਸਕਦੇ, ਪਰ ਮੈਂ ਕਰ ਸਕਦਾ ਕਿ ਇਹ ਇੰਨੇ ਅਸੰਵੇਦਨ ਕਿਉਂ ਆ? ਉਦੋਂ ਤਾਂ ਕਹਿ ਦਿੰਦੇ ਆ ਕਿ ਅਸੀਂ 5000 ਦੇਵਾਂਗੇ, 10000 ਦੇਵਾਂਗੇ ਆਪ ਸਾਡੀ ਸਰਕਾਰ ਬਣਨ ਤੇ ਇਹਨਾਂ ਦੀ ਗੱਲ ਕਿਉਂ ਨਹੀਂ ਹੁੰਦੀ? ਕੀ ਇਹਨਾਂ ਨੂੰ ਨਾਗਰਿਕ ਨਹੀਂ ਸਮਝਿਆ ਜਾਂਦਾ ਜਾਂ ਇਹਨਾਂ ਨੂੰ ਬੰਦੇ ਨਹੀਂ, ਮਨੁੱਖ ਹੀ ਨਹੀਂ ਸਮਝਿਆ ਜਾਂਦਾ? ਨਹੀਂ, ਜੇ ਮਤਲਬ ਕੋਈ ਮੈਨੂੰ ਕਹੇ ਤੁਹਾਨੂੰ 5000 ਦੇਵਾਂ ਤੇ ਮੈਂ ਤੇ ਲੜਨ ਤਾਂ ਨਹੀਂ ਪਾਉਂਗਾ ਉਹਨੂੰ, ਤੂੰ ਕੌਣ ਹੁੰਦਾ ਮੈਨੂੰ 5000 ਦੇਣ ਵਾਲਾ? ਕਾਹਦੇ ਵਾਸਤੇ ਦਊਂਗਾ? ਮੇਰੇ ਕੋਲ ਏਬਲ ਬੋਡੀ ਹੈ, ਮੇਰਾ ਸੰਵਿਧਾਨਿਕ ਹੱਕ ਦਿਓ ਮੈਨੂੰ, ਰੋਜ਼ਗਾਰ ਦਿਓ, ਜੋ ਸੰਵਿਧਾਨ ਕਹਿੰਦਾ ਹੈ ਤੇ ਮੈਨੂੰ ਉਹ ਦਿਓ ਤੁਸੀਂ, ਤੇ ਮੈਂ ਤੁਹਾਨੂੰ ਪੈਸੇ ਦੇਵਾਂਗਾ, ਅਸੀਂ ਤੁਹਾਨੂੰ ਟੈਕਸ ਦੇਵਾਂਗੇ, ਬਿਲਕੁਲ, ਤੇ ਸਭ ਕੁਝ ਦੇਵਾਂਗੇ। ਇਹ ਜੇ ਕੁਰਸੀਆਂ ਦੇ ਸਕਦੇ ਆ, ਇੰਨੀਆਂ ਪਾਵਰਾਂ ਦੇ ਸਕਦੇ ਆ, ਤੇ ਫਿਰ ਅਸੀਂ ਮਤਲਬ ਪੈਸੇ ਤੁਹਾਡੇ ਕੋਲੋਂ ਪੈਸੇ ਲਵਾਂਗੇ? ਸਾਨੂੰ ਬੈਗਰ ਬਣਾਉਣਾ ਚਾਹੁੰਦੇ ਹੋ? ਜਿਸ ਵੇਲੇ ਤੁਸੀਂ ਮੰਗਣ ਲੱਗੇ ਤੇ ਤੁਹਾਡੀ ਅੰਦਰਲੀ ਜ਼ਮੀਰ, ਤੁਹਾਡਾ ਅੰਦਰਲਾ ਇਨਸਾਨ ਕਮਜ਼ੋਰ ਨਹੀਂ ਹੋ ਜਾਊਗਾ? ਆਪਣੇ ਪੈਰਾਂ ਤੇ ਖੜੇ ਕਰਨ ਦੇ ਲਈ ਜੋ ਸੰਵਿਧਾਨ ਦੇ ਵਿੱਚ ਸਾਡਾ ਹੱਕ ਬਣਦਾ ਹੈਗਾ, ਸਾਡੀ ਸੰਵਿਧਾਨਿਕ ਰਾਈਟਸ ਹੈਗੇ ਆ ਔਰ ਸੰਵਿਧਾਨਿਕ ਕਨਸਟੀਟਿਊਸ਼ਨਲ ਡਿਊਟੀਆਂ ਹੈਗੀਆਂ, ਤੁਸੀਂ ਉਹਨਾਂ ਦੀ ਗੱਲ ਕਰੋ, ਪੈਸੇ ਦੇਣ ਦੀ ਗੱਲ ਕਿਉਂ ਕਰਦੇ ਹੋ? ਤੇ ਉਹ ਸੰਵਿਧਾਨ ਦੇ ਵਿੱਚ ਮਤਲਬ ਜਦੋਂ ਆਪਾਂ ਗੱਲ ਇਹਨਾਂ ਦੀ ਕਰਦੇ ਸੀ, ਗੱਲ ਆ ਰਹੀ ਸੀ ਸਾਹਮਣੇ ਵੀ ਜਿਵੇਂ ਇਸ ਗਾਂ ਤੋਂ ਸਾਨੂੰ ਮਿਲੂਗਾ ਕੀ? ਹੁਣ ਕਹਿੰਦੇ ਦੁੱਧ ਨਹੀਂ ਮਿਲਣਾ ਤੇ ਰੱਸੇ ਖੋਲ ਦਿੱਤੇ ਆ, ਤੇ ਉਹ ਇਸੇ ਤਰੀਕੇ ਨਾਲ ਕਹਿੰਦੇ ਇਹਨਾਂ ਤੋਂ ਵੋਟ ਮਿਲੂਗੀ। ਉਹ ਲੱਭਣੀ ਤਾਂ ਵੋਟ ਹੈ, ਹੁਣ ਲੱਭੂਗੀ ਕਿੱਥੋਂ ਵੋਟ? ਕਹਿੰਦੇ ਇਹਨਾਂ ਤੋਂ ਵੋਟ ਕਿੱਦਾਂ ਮਿਲੂਗੀ? ਮੈਂ ਭਾਈ ਸਾਹਿਬ ਨੂੰ ਰੋਕ ਰਿਹਾ, ਭਾਈ ਸਾਹਿਬ ਨੂੰ ਵੀ ਲੱਗੂਗਾ, ਇਹਨਾਂ ਦੀ ਗੱਲ ਕਿਉਂ ਨਹੀਂ ਹੁੰਦੀ? ਇਹਨਾਂ ਤੋਂ ਕਿਹੜਾ ਵੋਟ ਮਿਲਣੀ ਹੈ? ਐਸੀ ਅਸੰਵੇਦਨਾ, ਐਸਾ ਅਣਮਨੁੱਖੀ ਵਰਤਾਰਾ। ਔਰ ਜੇ ਹਾਂ ਕਿ ਇਹਨਾਂ ਕੋਲੇ ਵੀ ਵੋਟਰ ਕਾਰਡ ਹੈਗੇ, ਜਿੱਦਾਂ ਸਰ ਨੇ ਦੱਸਿਆ ਪਹਿਲਾਂ ਕਿ ਬਹੁਤ ਸਾਰੇ ਸਾਬਕਾ ਅਧਿਕਾਰੀ ਨੇ, ਬਹੁਤ ਸਾਰੇ ਆਪਣੇ ਸਮੇਂ ਦੇ ਵਿੱਚ ਪ੍ਰੋਫੈਸਰ ਰਹੇ ਨੇ, ਅਧਿਆਪਕ ਰਹੇ ਨੇ, ਬਿਊਰੋਕਰੇਟ ਰਹੇ ਨੇ, ਪਰ ਅੱਜ ਉਹ ਉਸ ਹਾਲਾਤ ਦੇ ਵਿੱਚ ਨਹੀਂ ਹੈਗੇ। ਉਹ ਪ੍ਰਭ ਆਸਰਾ ਸੰਸਥਾ ਦੇ ਵਿੱਚ ਹੈਗੇ ਆ, ਹੋਰ ਸੰਸਥਾਵਾਂ ਦੇ ਵਿੱਚ ਵੀ ਹੈਗੇ ਆ। ਵੋਟਰ ਕਾਰਡ ਹੈਗਾ, ਜਿੱਦਣ ਚੋਣ ਪੈਂਦੀ ਹੈ, ਜੇਕਰ ਕੋਈ ਉਹਨਾਂ ਨੂੰ ਗੱਡੀ 'ਚ ਬਿਠਾ ਕੇ ਲੈ ਜੇ ਤੇ ਉਹਨਾਂ ਦੀ ਵੋਟ ਪੋਲ ਹੁੰਦੀ ਹੋਵੇ, ਤੇ ਫਿਰ ਇਹਨਾਂ ਦੀ ਗੱਲ ਬੇਸ਼ੱਕ ਦੀ ਇਹ ਕਰਨ ਲੱਗ ਜਾਣ, ਉਹ ਵੀ ਕਿਸੇ ਨਾ ਕਿਸੇ ਮਤਲਬ ਜਾਂ ਮਕਸਦ ਕਰਕੇ। ਕੀ ਮੈਂ ਸਹੀ ਕਹਿ ਰਿਹਾ ਜੀ? ਨਹੀਂ, ਤੁਸੀਂ ਤਾਂ ਬਿਲਕੁਲ ਸਹੀ ਜੋ ਕਹਿ ਰਹੇ ਆ, ਹਾਲਾਤ ਦੱਸ ਰਹੇ ਆ ਕਿ ਤੁਸੀਂ ਸਹੀ ਕਹਿ ਰਹੇ ਹੋ। ਉਹ ਜਿਵੇਂ ਉਹ ਨਾ ਦੁੱਧ ਲੱਭਣ ਲਈ ਗਾਂ ਨੂੰ ਸੰਭਾਲਦੇ ਆ, ਤੇ ਇਸੇ ਤਰੀਕੇ ਨਾਲ ਵੋਟ ਲੱਭਣੀ ਹੈ। ਕਿੱਦਾਂ ਲੱਭੂਗੀ? 5000 ਨਾਲ ਲੱਭੂਗੀ ਕਿ 2000 ਨਾਲ ਲੱਭੂਗੀ ਕਿ 1000 ਨਾਲ ਲੱਭੂਗੀ? ਮਸਲਾ ਕੀ ਹੈ? ਤੇ ਇਸ ਕਰਕੇ ਇਹਨਾਂ ਨੂੰ ਜਿਸ ਤਰੀਕੇ ਨਾਲ ਉਹਨਾਂ ਨੂੰ ਗਊਆਂ ਨੂੰ ਤੇ ਬਲਦਾਂ ਨੂੰ ਛੱਡ ਦਿੱਤਾ ਜਾਂਦਾ ਨਾ, ਨਜ਼ਰਅੰਦਾਜ਼ ਕਰ ਦਿੱਤਾ ਜਾਂਦਾ ਵੀ ਇਹਨਾਂ ਤੋਂ ਮਿਲੂਗਾ ਕੀ ਹੁਣ, ਐਸੇ ਤਰੀਕੇ ਨਾਲ ਦੇਖਦੇ ਆ ਵੀ ਇਹਨਾਂ ਤੋਂ ਵੋਟ ਤਾਂ ਇੰਨੀ ਮਿਲਣ ਦਾ ਚਾਂਸ ਹੈ ਨਹੀਂ ਕੋਈ। ਤੇ ਇਸੇ ਤਰੀਕੇ ਨਾਲ ਇਹਨਾਂ ਦੀ ਹਾਲਤ ਜੋ ਤੁਸੀਂ ਪੁੱਛ ਰਹੇ ਹੋ, ਇਹਨਾਂ ਪ੍ਰਤੀ ਨਜ਼ਰੀਆ ਜੋ ਤੁਸੀਂ ਪੁੱਛ ਰਹੇ ਹੋ, ਮੈਂ ਤੁਹਾਡਾ ਉਹ ਸਵਾਲ ਦਾ ਜਵਾਬ ਦੇ ਰਿਹਾ ਕਿ ਇਹ ਐਸਾ ਨਜ਼ਰੀਆ ਬਣ ਚੁੱਕਿਆ ਜਿਹੜਾ ਕਿ ਬਹੁਤ ਹੀ ਦੁੱਖ ਦੀ ਲਾਈਕ ਫੀਲਿੰਗ ਦਿੰਦਾ ਹੈ ਕਿ ਅੰਦਰਲਾ ਇਨਸਾਨ ਜਦੋਂ ਸੋਚਦਾ ਹੈ ਕਿ ਅੱਛਾ ਸਾਡੇ ਹਾਲਾਤ ਇਦਾਂ ਦੇ ਬਣ ਚੁੱਕੇ। ਇੱਕ ਵੀ ਮੈਂ ਕਹਿੰਦਾ ਵੀ ਰੱਸੇ ਸਾਰੇ ਨਹੀਂ ਖੋਲਦੇ, ਪਰ ਅੱਜ ਤਾਂ ਕਿਸੇ ਵੀ ਪਲੇਟਫਾਰਮ ਤੋਂ ਤੁਹਾਨੂੰ ਸੁਣਨ ਨੂੰ ਮਿਲਦਾ ਹੈਗਾ ਕਿ ਅਸੀਂ ਆਪਣੇ ਬਜ਼ੁਰਗਾਂ ਨੂੰ ਰੋਲ ਨਹੀਂ ਦੇਵਾਂਗੇ।
ਜਿਹੜਾ ਵੀ ਡਿਮੈਂਸ਼ੀਆ ਕਰਕੇ ਘਰ ਦਾ ਰਸਤਾ ਭੁੱਲ ਗਿਆ, ਪੁਲਿਸ ਦੀ ਜਿਹੜੀ ਹੈ ਅਸੀਂ ਸਪੈਸ਼ਲ ਭਰਤੀ ਕਰਾਂਗੇ, ਸਪੈਸ਼ਲ ਟੀਮ ਕ੍ਰੀਏਟ ਕਰਾਂਗੇ, ਡੈਜ਼ਿਗਨੇਟਿਡ ਟੀਮ ਹੋਊਗੀ, ਉਹਨੂੰ ਸਪੈਸ਼ਲ ਟ੍ਰੇਨਿੰਗ ਹੋਊਗੀ, ਸਪੈਸ਼ਲ ਵਾਹੀਕਲ ਹੋਊਗਾ ਉਹਦੇ ਕੋਲ, ਔਰ ਸਪੈਸ਼ਲ ਇਨਫਰਾਸਟ੍ਰਕਚਰ ਹੋਊਗਾ। ਅਸੀਂ ਆਪਣੇ ਦੇਸ਼ ਦੇ ਵਿੱਚ ਸਾਰੀ ਉਮਰ ਜਿਹੜੇ ਦੇਸ਼ ਨੂੰ ਸਰਵ ਕਰਦੇ ਆ, ਜਿਹੜੇ ਟੈਕਸ ਦਿੰਦੇ ਹੈਗੇ ਆ, ਜਿਹੜੇ ਕੰਮ ਕਰਦੇ ਆ, ਜਿਹਦੇ ਕਰਕੇ ਦੇਸ਼ ਤੇ ਸਟੇਟਾਂ ਚੱਲ ਰਹੀਆਂ, ਵੀ ਉਹਨਾਂ ਨੂੰ ਨਜ਼ਰਅੰਦਾਜ਼ ਨਹੀਂ ਕਰਾਂਗੇ। ਤੇ ਜੇ ਕਿਤੇ ਇਹ ਚੀਜ਼ ਦੀ ਜਿਹੜੀ ਕਸਮ ਜਿਹੜੀ ਖਾਂਦੇ ਆ, ਜੇ ਕਿਤੇ ਇੰਪਲੀਮੈਂਟ ਨਹੀਂ ਕੀਤੀ ਇਹਨਾਂ ਨੇ, ਤੇ ਆਉਣ ਵਾਲੇ ਦਿਨ ਕਿਦਾਂ ਦੇ ਹੋਣਗੇ, ਜਿਹੜੀ ਸਾਡਾ ਕਹ ਵੀ ਸਾਡੇ ਮਤਲਬ ਅੰਦਰ ਨੂੰ ਝੰਜੋੜ ਕੇ ਰੱਖ ਦਿੰਦੀ ਹੈ ਕਿ ਸਾਡੇ ਨਾਗਰਿਕ ਇੰਨੇ ਬੰਦੇ ਮਰ ਜਾਣਗੇ ਇਦਾਂ ਬਿਨਾਂ ਕਿਸੇ ਮੈਡੀਕਲ ਸਹੂਲਤ ਤੋਂ ਬਿਨਾਂ। ਹਸਪਤਾਲਾਂ ਦੇ ਵਿੱਚ ਇੰਨੀ ਬੁਰੀ ਹਾਲਤ ਕਿ ਉੱਥੇ ਕੋਈ ਰਿਸੀਵ ਕਰਨ ਨੂੰ ਤਿਆਰ ਨਹੀਂ, ਤੇ ਉਹ ਫਿਰ ਕਿਸੇ ਨੂੰ ਆਨਸਰੇਬਲ ਵੀ ਨਹੀਂ ਹੈਗੇ, ਉਹਨਾਂ ਨੂੰ ਆਨਸਰੇਬਲ ਨਹੀਂ ਬਣਾਇਆ ਗਿਆ। ਮਤਲਬ ਤੁਸੀਂ ਲਾਈਕ ਅਸੀਂ ਦੇਖਦੇ ਹਾਂ ਉੱਥੇ ਵੀ ਰਾਤ ਨੂੰ ਐਂਬੂਲੈਂਸ ਦੀ ਲੋੜ ਪੈਂਦੀ ਹੈਗੀ ਹੈ। ਐਂਬੂਲੈਂਸ ਤਾਂ ਜੇਕਰ ਉੱਥੇ ਡਰਾਈਵਰ ਭਰਤੀ ਕਰਨੇ ਚਾਹੀਦੀ ਹੈ, ਜੇਕਰ ਐਂਬੂਲੈਂਸ ਦੇ ਵਿੱਚ ਕੋਈ ਕਮੀ ਹੈਗੀ ਹੈ, ਤੇ ਇਹ ਕਿਵੇਂ ਹੋ ਸਕਦਾ ਵੀ ਮਤਲਬ ਇੰਨਾ ਏਰੀਆ ਪੈਂਦਾ ਹੋਵੇ, ਹਜ਼ਾਰਾਂ ਹੀ ਲੋਕ ਜਿਹੜੇ ਹੈਗੇ ਆ ਉੱਥੇ ਉਸ ਹਸਪਤਾਲ ਦੇ ਸਹਾਰੇ ਤੇ ਹੋਣ, ਤੇ ਉਸ ਦੀ ਐਂਬੂਲੈਂਸ ਤੇ ਉੱਥੇ ਡਾਕਟਰ ਜਿਹੜੇ ਆ ਉੱਥੇ ਲੈਬ ਵਗੈਰਾ ਰਾਤ ਨੂੰ ਡਾਇਗਨੋਸ ਕਰਨ ਦੀ ਲੋੜ ਹੋਵੇ। ਤੁਸੀਂ ਐਡਾ ਵੱਡਾ ਇਨਫਰਾਸਟ੍ਰਕਚਰ ਖੂਨ ਪਸੀਨੇ ਦੀ ਕਮਾਈ ਦੇ ਟੈਕਸਾਂ ਦੇ ਨਾਲ ਕ੍ਰੀਏਟ ਕਰ ਦਿੱਤਾ, ਇੱਕ ਉੱਥੇ ਰਾਤ ਨੂੰ ਲੈਬ ਨਹੀਂ ਚੱਲਦੀ ਕਰ ਰਸਤੇ ਨਹੀਂ। ਪਰ ਜੇ ਆਪਾਂ ਸੰਵਿਧਾਨਿਕ ਤੌਰ ਤੇ, ਕਿਉਂਕਿ ਤੁਸੀਂ ਇਸ ਘੇਰੇ ਦੇ ਵਿੱਚ ਹਸਪਤਾਲ ਵੀ ਆ ਗਏ, ਬਿਊਰੋਕਰੇਟ ਵੀ ਆ ਗਏ, ਪੁਲਿਸ ਵੀ ਆਉਂਦੀ ਹੈ, ਤੁਸੀਂ ਬਿਹਤਰ ਤਰੀਕੇ ਨਾਲ ਸਮਝਾ ਵੀ ਸਕਦੇ ਹੋ, ਦੱਸ ਵੀ ਸਕਦੇ ਹੋ, ਚਾਨਣਾ ਵੀ ਪਾ ਸਕਦੇ ਹੋ ਕਿ ਇਹ ਜਿਹੜੇ ਮਤਲਬ ਸੰਵਿਧਾਨ ਦੇ ਸਾਡੇ ਖੇਤਰ ਦੇ ਵਿੱਚ ਕੀ ਜ਼ਿੰਮੇਵਾਰੀਆਂ ਨਿਰਧਾਰਿਤ ਕੀਤੀਆਂ ਗਈਆਂ ਨੇ ਪੁਲਿਸ ਤੋਂ ਲੈ ਕੇ। ਇਹ ਤਾਂ ਤੁਹਾਡਾ ਇੱਕ ਫਾਰਮੂਲਾ, ਬੜੀ ਚੰਗੀ ਗੱਲ ਹੈ ਕਿ ਤੁਸੀਂ ਉਸ ਫਾਰਮੂਲੇ ਨੂੰ ਦੱਸ ਰਹੇ ਹੋ ਦਰਸ਼ਕਾਂ ਦੇ ਸਾਹਮਣੇ ਕਿ ਬਕਾਇਦਾ ਇੱਕ ਸਪੈਸ਼ਲ ਫੋਰਸ ਹੋਣੀ ਚਾਹੀਦੀ ਹੈ, ਉਹ ਸਪੈਸ਼ਲ ਫੋਰਸ ਦਾ ਵਰਕ ਖੇਤਰ ਹੋਣਾ ਚਾਹੀਦਾ, ਉਹਨਾਂ ਕੋਲ ਉਨੀ ਜ਼ਿੰਮੇਵਾਰੀ ਹੋਣੀ ਚਾਹੀਦੀ ਹੈ, ਸ਼ੈਲਟਰ ਹੋਮ ਹੋਣਾ ਚਾਹੀਦਾ, ਆਨਸਰੇਬਲ ਚਾਹੀਦੇ, ਵੱਡੀ ਗੱਲ ਆਨਸਰੇਬਲ ਚਾਹੀਦੇ। ਸੰਵਿਧਾਨ ਦੇ ਤਹਿਤ ਇੱਦਾਂ ਦੇ ਜਿਹੜੇ ਸੱਜਣ ਨੇ, ਜਿਹੜੇ ਨਿਆਸਰੇ ਹੋ ਚੁੱਕੇ ਆ ਜਾਂ ਬੇਆਸਰੇ ਹੋ ਚੁੱਕੇ ਆ ਜਾਂ ਕੁਦਰਤ ਦੀ ਕਰੋਪੀ ਦਾ ਸ਼ਿਕਾਰ ਹੋ ਚੁੱਕੇ ਆ, ਉਹਨਾਂ ਦੇ ਲਈ ਸਾਡਾ ਸੰਵਿਧਾਨ ਮੁੱਖ ਤੌਰ ਦੇ ਉੱਤੇ ਕਿਹੜੀਆਂ ਚੀਜ਼ਾਂ ਪ੍ਰੋਵਾਈਡ ਕਰਾਉਣ ਦਾ ਪਹਿਲਾ ਬੇਸਿਕ ਦਿੰਦਾ ਜੀ? ਬਿਲਕੁਲ, ਇਸ ਦੇ ਉੱਤੇ ਤੁਸੀਂ ਪਹਿਲਾਂ ਗੱਲ ਕਰ ਰਹੇ ਸੀ ਨਾ, ਤੇ ਵੀ ਜਿਸ ਤਰ੍ਹਾਂ ਮਤਲਬ ਮੈਂ ਫੀਲ ਕਰਦਾ ਸੀ ਵੀ ਸਪੈਸ਼ਲ ਟੀਮ ਹੋਣੀ ਚਾਹੀਦੀ ਉਹਨਾਂ ਲਈ। ਜੀ, ਜਿਸ ਵੇਲੇ ਗੱਲ ਕਰਦੇ ਆ ਵੀ ਨਾਗਰਿਕ ਰੁਲ ਰਿਹਾ, ਤੇ ਉਸ ਵੇਲੇ ਡੈੱਡ ਬੋਡੀ ਵੀ ਪਈ ਹੋਵੇ ਨਾ ਸੜਕ ਦੇ ਕਿਨਾਰੇ ਪਿਆ, ਵੀ ਮੈਨੂੰ ਇਦਾਂ ਲੱਗ ਰਿਹਾ ਕਹਿੰਦੇ ਹੁਣੀ ਚ ਕੋਈ ਹੈ ਨਹੀਂ। ਜੇ ਸੁਣਿਆ ਕਿ ਮੈਂ ਫਿਰ ਜਾ ਕੇ ਦੇਖਿਆ ਵੀ ਐਂਬੂਲੈਂਸ ਜਿਹੜੀ ਚੱਕ ਕੇ ਲੈ ਕੇ ਗਈ ਆ ਉਹਨੂੰ, ਉਸ ਵੇਲੇ ਪਹੁੰਚਣ ਲੱਗਿਆ 1.5 ਘੰਟਾ ਲੱਗ ਜਾਂਦਾ ਪ੍ਰਸ਼ਾਸਨ ਨੂੰ, ਪੁਲਿਸ ਪ੍ਰਸ਼ਾਸਨ ਨੂੰ। ਜਿਸ ਵੇਲੇ ਕੋਈ ਆਪਣੇ ਹੱਕ ਮੰਗਣ ਲਈ ਸੜਕ ਦੇ ਉੱਤੇ ਆ ਜਾਂਦਾ, ਉਸ ਵੇਲੇ ਉਹ ਛਾਉਣੀਆਂ 'ਚ ਬਦਲ ਜਾਂਦੀਆਂ ਸੜਕਾਂ, ਕਿੱਥੋਂ ਆ ਜਾਂਦੀਆਂ ਫੋਰਸਾਂ? ਸਵਾਲ ਹੈ ਜੀ ਇਹ ਸਵਾਲ ਹੈ। ਮਤਲਬ ਉਸ ਵੇਲੇ ਜਿਸ ਵੇਲੇ ਕੋਈ ਹੱਕ ਮੰਗਣ ਦੇ ਲਈ ਆਪਣੇ ਸਟੇਟ ਦੇ, ਆਪਣੇ ਲਾਈਕ ਤਹਿਸੀਲ ਦੇ ਤੇ ਆਪਣੇ ਜ਼ਿਲ੍ਹੇ ਦੇ ਅਧਿਕਾਰੀ ਦੇ ਕੋਲ ਕੋਈ ਆਪਣੇ ਹੱਕ ਮੰਗਣ ਲਈ ਜਾਵੇ, ਤੇ ਉਸ ਵੇਲੇ ਸਿਕਿਉਰਿਟੀ, ਉਸ ਵੇਲੇ ਫੋਰਸਾਂ ਉੱਥੇ ਹੋ ਸਕਦੀਆਂ ਹੈ। ਜਿਸ ਵੇਲੇ ਇੱਕ ਨਾਗਰਿਕ ਨੂੰ ਸੜਕ ਤੋਂ ਚੱਕਣਾ ਹੋਵੇ, ਤੇ ਉਸ ਵੇਲੇ ਕੋਈ ਸਾਡਾ ਪ੍ਰਸ਼ਾਸਨ ਉਸ ਵੇਲੇ ਸਾਡੇ ਕੋਲ ਨਹੀਂ ਹੈਗੀ, ਪੁਲਿਸ ਉਸ ਵੇਲੇ ਸਾਡੇ ਕੋਲ ਲੇਡੀ ਪੁਲਿਸ ਨਹੀਂ ਹੈਗੀ। ਤੇ ਇੱਥੋਂ ਕੀ ਪਤਾ ਲੱਗਦਾ ਹੈਗਾ ਵੀ ਜਿੱਥੇ ਚਾਹਣਗੇ ਉੱਥੇ ਸਭ ਕੁਝ ਹੋਊਗਾ, ਜਿੱਥੇ ਨਹੀਂ ਚਾਹਣਗੇ ਉੱਥੇ ਨਹੀਂ ਹੋਏਗਾ। ਹੁਣ ਤੁਹਾਡਾ ਸਵਾਲ ਸੀ ਕਿ ਹੋਣਾ ਕੀ, ਸੰਵਿਧਾਨ ਕੀ ਕਹਿੰਦਾ ਹੈ ਜੀ? ਸੰਵਿਧਾਨ ਦਾ ਸੈਕਸ਼ਨ ਜਿਹੜਾ ਸਾਡੇ ਵੀਰ ਸਾਰੇ ਵਿਚਾਰਵਾਨ ਹੈ, ਸਾਰੇ ਮਤਲਬ ਇਹਦੇ ਵਿੱਚ ਹੋ ਸਕਦਾ ਬਹੁਤ ਸਾਰੇ ਸਰਕਾਰੀ ਸੰਬੰਧਿਤ ਅਧਿਕਾਰੀ ਵੀ ਇਸ ਨੂੰ ਸੁਣਦੇ ਹੋਣਗੇ, ਦੇਖਦੇ ਹੋਣਗੇ। ਬੜਾ ਕਲੀਅਰ ਜੀ ਗੱਲ ਹੈਗੀ ਆ ਵੀ ਇਹਦੇ ਵਿੱਚ ਨਾ ਜਿਹੜੇ ਐਕਟ ਬਣਾਏ ਜਾਂਦੀ ਮਾਨਸਿਕ ਹਾਲਤ ਖਰਾਬ ਹੋ ਜਾਂਦੀ ਆ, ਉਹਦੇ ਵਿੱਚ ਉਸ ਐਕਟ ਦਾ ਸੈਕਸ਼ਨ ਜਿਹੜਾ ਹੈਗਾ 100, ਉਹਦੇ ਵਿੱਚ ਬੜਾ ਕਲੀਅਰ ਹੈ। 100 ਸੈਕਸ਼ਨ ਪੜ੍ਹ ਕੇ ਦੇਖ ਲਓ, ਜਿਹੜੇ ਕਹਿੰਦੇ ਵੀ ਅਸੀਂ ਕੀ ਕਰੀਏ, ਸਾਡੀ ਕੋਈ ਡਿਊਟੀ ਨਹੀਂ ਹੈਗੀ। ਉਹਦੇ ਵੀ ਉਹ ਕਹਿੰਦਾ ਵੀ ਤੁਸੀਂ ਆਇਡੈਂਟੀਫਾਈ ਕਰਨੇ ਆ, ਤੁਰੰਤ ਉਹਨਾਂ ਨੂੰ ਚੱਕਣਾ ਹੈ ਉੱਥੇ ਜੇ ਆਪਣੀ ਸੰਭਾਲ ਤੋਂ ਮੁਹਤਾਜ ਹੈਗਾ, ਤੇ ਉਸ ਨੂੰ ਹਸਪੀਟਲ ਲੈ ਕੇ ਜਾਣਾ। ਹਸਪੀਟਲ ਰਿਫਿਊਜ਼ ਨਹੀਂ ਕਰ ਸਕਦਾ, ਹਸਪੀਟਲ ਰਿਫਿਊਜ਼ ਕਰ ਰਿਹਾ ਕੋਈ ਵੀ ਸਰਕਾਰੀ ਹਸਪਤਾਲ, ਮੈਂ ਕਹਿੰਦਾ ਪ੍ਰਾਈਵੇਟ ਵੀ ਨਹੀਂ ਕਰ ਸਕਦਾ। ਹੁਣ ਮੈਂ ਫੇਰ ਕਹਿ ਰਿਹਾ ਵੀ ਸੰਵਿਧਾਨਿਕ ਤੌਰ ਤੇ ਪ੍ਰਾਈਵੇਟ ਐਂਬੂਲੈਂਸ ਹਸਪੀਟਲ ਦੀ ਤੇ ਪ੍ਰਾਈਵੇਟ ਹਸਪੀਟਲ ਸਰਕਾਰੀ ਦਾ ਕਰ ਕਿੱਥੋਂ ਦੇਊਗਾ? ਨਹੀਂ ਕਰ ਸਕਦਾ, ਸੰਵਿਧਾਨਿਕ ਤੌਰ ਤੇ ਉਹਨਾਂ ਦੀ ਡਿਊਟੀ ਬਣਦੀ ਹੈ। ਤੇ ਉਸ ਤੋਂ ਬਾਅਦ ਜੋ ਉਹਨਾਂ ਨੇ ਅਸੈਸਮੈਂਟ ਕੀਤੀ ਹੈ, ਲੋੜ ਅਨੁਸਾਰ ਜੇ ਵਾਰਸ ਲੱਭ ਜਾਂਦੇ ਆ ਤੇ ਉਹਨਾਂ ਦੇ ਹਵਾਲੇ ਕਰਨਾ, ਨਹੀਂ ਲੱਭਦੇ ਤਾਂ ਜਿਹੜਾ ਕੰਸਰਨਡ ਮੈਜਿਸਟ੍ਰੇਟ ਦੇ ਕੋਲ ਪੇਸ਼ ਕਰਨਾ ਉਹਨਾਂ ਨੇ। ਮੈਜਿਸਟ੍ਰੇਟ ਨੇ ਉਹਨੂੰ ਯਕੀਨੀ ਬਣਾਉਣਾ ਹੈਗਾ, ਉਹਦੇ ਸ਼ੈਲਟਰ ਨੂੰ, ਉਹਦੇ ਟ੍ਰੀਟਮੈਂਟ ਨੂੰ, ਉਹਦੀ ਰੀਹੈਬਿਲਿਟੇਸ਼ਨ ਨੂੰ। ਨਾਲ ਜ਼ਿਲ੍ਹਾ ਕਾਨੂੰਨੀ ਸੇਵਾ ਅਥਾਰਟੀ ਬਣੀ ਹੋਈ ਹੈ, ਬਿਲਕੁਲ, ਜਿਹੜੀ ਸਾਡੀ ਲੀਗਲ ਸਰਵਿਸ ਅਥਾਰਟੀ ਇੰਡੀਆ ਦੀ ਬਣੀ ਹੋਈ ਹੈ। ਹਰ ਸਟੇਟ ਦੇ ਮੈਂਬਰ ਸੈਕਟਰੀ ਲੀਗਲ ਸਰਵਿਸ ਅਥਾਰਟੀ ਦੇ ਬਣੇ ਹੋਏ ਹੈ, ਹਰ ਜ਼ਿਲ੍ਹੇ ਦੀ ਬਣੀ ਹੋਈ ਹੈ, ਫਿਰ ਅਦਾਲਤਾਂ ਬਣੀਆਂ ਹੋਈਆਂ ਸਾਰੀਆਂ, ਹਰ ਜਗ੍ਹਾ ਤੇ ਬਣੀ ਹੋਈ ਹੈ। ਤੇ ਉਹਨਾਂ ਨੇ ਲੀਗਲ ਰਾਈਟਸ ਦੇ ਉੱਤੇ ਕੰਮ ਕਰਨਾ। ਹੁਣ ਟ੍ਰੈਫਿਕ ਦਾ ਜੱਜ, ਉਹਨਾਂ ਟ੍ਰੈਫਿਕ ਦੇ ਉੱਤੇ ਕੰਮ ਕਰਨਾ। ਇਹਨਾਂ ਦੇ ਲੀਗਲ ਰਾਈਟਸ ਬਣਦੇ ਆ ਸੰਵਿਧਾਨ ਦੇ ਵਿੱਚ, ਲੀਗਲ ਰਾਈਟਸ ਤੇ ਉਹਨਾਂ ਨੇ ਕੰਮ ਕਰਨਾ। ਪਹਿਲੀ ਗੱਲ, ਉਹਨਾਂ ਨੂੰ ਅਵੇਅਰ ਕਰਨਾ, ਸੈਂਸਿਟਾਈਜ਼ ਕਰਨਾ, ਇਹ ਬਹੁਤ ਜ਼ਿਆਦਾ ਜ਼ਰੂਰੀ ਹੈ। ਜਿਵੇਂ ਉਹਨਾਂ ਦੀ ਕਾਲ ਦੇ ਉੱਤੇ ਉਹਨਾਂ ਲਈ ਕੰਮ ਕਰਦੇ ਆ ਆਪਣੇ ਬੌਸ ਲਈ, ਇਸੇ ਤਰੀਕੇ ਨਾਲ ਉਸ ਤੋਂ ਵੀ ਪਹਿਲਾਂ ਨਾਗਰਿਕ ਦੇ ਲਈ ਚੁਣੇ ਗਏ ਆ। ਨਾਗਰਿਕ
ਜਿਹੜੇ ਉਹੀ ਉਹਨਾਂ ਦੀ ਉਹ ਸਰਕਾਰ ਹੈ, ਉਹਨਾਂ ਦੁਆਰਾ ਸਰਕਾਰ ਹੈ ਤੇ ਉਹਨਾਂ ਲਈ ਸਰਕਾਰ ਹੈ, ਤੇ ਉਸ ਵੇਲੇ ਫਿਰ ਉਹ ਕਿੱਥੇ ਚਲੀ ਜਾਂਦੀ ਹੈਗੀ ਹੈ, ਇਸ ਚੀਜ਼ ਦਾ ਜਵਾਬ ਸਮਾਜ ਢੀਕ ਰਿਹਾ ਹੈ। ਬੜਾ ਮਹੱਤਵਪੂਰਨ ਵਿਸ਼ਾ ਚੱਲ ਰਿਹਾ ਹੈ ਔਰ ਇਸ ਵਿਸ਼ੇ ਦੀ ਵਿਸ਼ਾਲਤਾ ਇਹ ਆ ਕਿ ਇਹ ਮਨੁੱਖੀ ਸੰਵੇਦਨਾ ਨਾਲ ਜਿੰਨਾ ਭਰਿਆ ਹੈ ਉਨਾ ਹੀ ਜ਼ਿਆਦਾ ਮਨੁੱਖੀ ਅਸੰਵੇਦਨਾ ਨਾਲ ਭਰਿਆ। ਜੇ ਇਹ ਅਸੰਵੇਦਨਾ ਨਾਲ ਨਾ ਭਰਿਆ ਹੋਵੇ ਵਿਸ਼ੇ ਦੇ ਰੂਪ ਦੇ ਵਿੱਚ ਵੀ ਔਰ ਸਮਾਜਿਕ ਵਰਤਾਰੇ ਦੇ ਰੂਪ ਦੇ ਵਿੱਚ ਵੀ, ਸਮਾਜਿਕ ਛੱਡੋ ਰਾਜਨੀਤਿਕ ਵਰਤਾਰੇ ਦੇ ਰੂਪ ਦੇ ਵਿੱਚ ਵੀ ਜੇ ਇਹ ਅਸੰਵੇਦਨਾ ਨਾਲ ਨਾ ਭਰਿਆ ਹੋਵੇ ਤਾਂ ਅੱਜ ਇਹ ਹਾਲਾਤ ਨਾ ਹੋਣ ਕਿ ਸਾਨੂੰ ਸਮਾਜ ਸੇਵਾ ਅਤੇ ਸੰਵਿਧਾਨ ਇਸ ਪ੍ਰੋਗਰਾਮ ਦੇ ਤਹਿਤ ਜਾਂ ਇਸ ਲੜੀ ਦੇ ਤਹਿਤ ਜਾਂ ਇਸ ਕੜੀ ਦੇ ਤਹਿਤ ਜਾਂ ਇਹਨਾਂ ਵਿਚਾਰ ਚਰਚਾਵਾਂ ਦੇ ਤਹਿਤ ਸਰਦਾਰ ਸ਼ਮਸ਼ੇਰ ਸਿੰਘ ਹੋਰਾਂ ਜਿਹੜੇ ਕਿ ਭੁਗਤ ਭੋਗੀ ਬਣਦੇ ਆ, ਇਹਨਾਂ ਦੇ ਵਿਚਾਰ ਸੁਣਨ ਨੂੰ ਮਿਲੇ, ਇਹਨਾਂ ਤੋਂ ਜਾਗਰੂਕਤਾ ਦਾ ਜਿਹੜਾ ਬੂਹਾ ਹੈ ਉਹ ਖੁਲਵਾਉਣ ਦੀ ਵਾਰ-ਵਾਰ ਕੋਸ਼ਿਸ਼ ਕਰਨੀ ਪਵੇ। ਪਿਆਰੇ ਦਰਸ਼ਕੋ, ਇਸੇ ਲੜੀ ਨੂੰ, ਇਸੇ ਕੜੀ ਨੂੰ, ਇਸੇ ਚਰਚਾ ਨੂੰ ਇਸੇ ਤਰੀਕੇ ਨਾਲ ਜਾਰੀ ਰੱਖਾਂਗੇ ਕਿਉਂਕਿ ਆਪਾਂ ਚਾਹੁੰਦੇ ਹਾਂ, ਅਸੀਂ ਚਾਹੁੰਦੇ ਹਾਂ ਕਿ ਆਓ ਰਲ ਮਿਲ ਕੇ ਇੱਕ ਸੋਹਣੇ ਚੰਗੇ ਸੋਹਣੇ ਸਮਾਜ ਦੀ ਜਿਹੜੀ ਆਪਾਂ ਕਲਪਨਾ ਕੀਤੀ ਹੈ ਉਸ ਨੂੰ ਹਕੀਕਤ ਰੂਪ ਦੇ ਵਿੱਚ ਲੈ ਕੇ ਜਾ ਸਕੀਏ। ਘੱਟੋ ਘੱਟ ਉਸ ਗੁਰੂਆਂ ਦੇ ਫਰਮਾਨ ਦੇ ਉੱਤੇ ਚੱਲ ਸਕੀਏ ਕਿ ਜਿੱਥੇ ਸਾਰੀ ਸਾਂਝੀ ਵਾਲਤਾ ਇੱਕ ਸਦਾਇਨ ਹੁੰਦੀ ਹੈ। ਤਾਂ ਕੋਸ਼ਿਸ਼ ਇਹੀ ਕਰਾਂਗੇ ਕਿ ਅਗਲੇਰੇ ਪਾਰ ਦੇ ਵਿੱਚ, ਅਗਲੇਰੇ ਪੜਾਅ ਦੇ ਵਿੱਚ ਇਸੇ ਚਰਚਾ ਨੂੰ ਅੱਗੇ ਲੈ ਕੇ ਜਾਈਏ, ਜ਼ਰੂਰ ਲੈ ਕੇ ਜਾਵਾਂਗੇ ਤਾਂ ਜੋ ਕੁਐਸਚਨ ਮਾਰਕ, ਸਵਾਲੀਆ ਚਿੰਨ੍ਹ, ਸਵਾਲੀਆ ਨਿਸ਼ਾਨ ਰਾਜਨੀਤਿਕ ਪਾਰਟੀਆਂ ਦੇ ਮੂੰਹ ਦੇ ਉੱਤੇ ਵੀ ਲਗਾ ਸਕੀਏ। ਫਿਲਹਾਲ ਵਕਤ ਤੁਹਾਡੇ ਤੋਂ ਇਜਾਜ਼ਤ ਲੈਣ ਦਾ ਹੋਇਆ। ਅਗਲੇਰੇ ਪੜਾਅ ਦੇ ਉੱਤੇ, ਅਗਲੇਰੀ ਲੜੀ ਦੇ ਵਿੱਚ ਇਸੇ ਚਰਚਾ ਨੂੰ ਫਿਰ ਤੋਂ ਜਾਰੀ ਰੱਖਾਂਗੇ। ਧੰਨਵਾਦ।